ਦੂਜੇ ਨੂੰ ਹਰ ਵਾਰੀ ਕਹਿੰਦੇ ਆ ਭਈ ਦੇਖੋ ਸਾਡੇ ਉੱਪਰ ਕੀ ਹੋਇਆ, ਸਾਡੇ ਉੱਪਰ ਕੀ ਬੀਤਿਆ ਜੀ, ਪਰ ਅਸੀਂ ਹਾਲੇ ਤੱਕ ਕੋਈ ਦੇ ਨਹੀਂ ਸਕੇ। ਇੰਨਾ ਸਿੱਖੀ ਦੇ ਵਿੱਚ ਇੰਨੀ ਸੇਵਾ, ਇੰਨਾ ਪਿਆਰ ਆ। ਉਹ ਫਿਰ ਖਾਲਸਾ ਜਾਣ ਕੇ ਰੱਖਿਆ ਅਸੀਂ ਖਾਲਸਾ ਏਡ, ਕਿਉਂਕਿ 84 ਮਗਰੋਂ ਜਿਹੜਾ ਅੱਖਰ ਖਾਲਸਾ ਉਹਨੂੰ ਨੈਗੇਟਿਵ ਲਾਈਟ ਤੇ ਲਿਆਤਾ ਸੀਗਾ ਕਈ ਸਰਕਾਰਾਂ ਨੇ ਇੰਡੀਆ ਦੇ ਵਿੱਚ। ਜਦੋਂ 300 ਸਾਲ ਮਨਾ ਰਹੇ ਸੀ ਖਾਲਸੇ ਦਾ, ਉਦੋਂ ਸ਼ੁਰੂ ਕੀਤੀ ਸੀਗੇ ਦੁਨੀਆ ਨੂੰ ਇੱਕ ਤੋਹਫਾ ਦੇਣ ਨੂੰ, ਭਈ ਸਾਡੇ ਵੱਲੋਂ ਸਿੱਖਾਂ ਵੱਲੋਂ ਇੱਕ ਤੋਹਫਾ ਹੋਊਗਾ, ਉਹ ਵੀ ਹੋਊਗਾ ਸੇਵਾ ਦਾ। 10 ਸਾਲ ਬਾਅਦ ਅਸੀਂ ਪੰਜਾਬ ਬਣੇ। 10 ਸਾਲ ਤੋਂ ਪੰਜਾਬ ਨਹੀਂ ਬੜੇ, ਕਿਉਂਕਿ ਜੇ 1999 ਤੁਹਾਡੇ ਕੋਲ ਮੈਂ ਆਉਣਾ, ਅਸੀਂ ਸੇਵਾ ਕਰਨੀ ਚਾਹੁੰਦੇ ਆ, ਤੁਸੀਂ ਮਦਦ ਕਰੋ, ਪੰਜਾਬ ਕਹਿਣਾ ਹੋਰ ਠੱਗ ਆ ਗਏ। ਉਸ ਵੇਲੇ ਬਹੁਤ ਹੀ ਜਿੱਦਾਂ ਨਾਮ ਮਾੜਾ ਕੀਤਾ ਸੀ ਉਸ ਵੇਲੇ ਚੈਰਿਟੀਆਂ ਦਾ। ਸੋ ਅਸੀਂ ਬਾਹਰ 10 ਸਾਲ ਧੱਕੇ ਖਾ ਕੇ ਬਣਾਇਆ ਇੱਕ ਸਿਸਟਮ। ਗੱਲ ਕੀਤੀ ਵੀ ਸਾਡੇ ਉੱਪਰ ਜਿਹੜੇ ਇੰਡੀਆ ਮੀਡੀਆ ਵੱਲੋਂ ਕੋਈ ਗੱਲ ਹੋ ਰਹੀ ਫੰਡਿੰਗ ਦੀ, ਤਾਂ ਉਹੀ ਮੀਡੀਆ ਹੈਗਾ ਉਹ ਸਰਕਾਰਾਂ ਦਾ, ਜਿਹੜੇ ਸਰਕਾਰਾਂ ਦੇ ਬਿਲੀਅਨਸ ਐਂਡ ਬਿਲੀਅਨਸ ਡਾਲਰ ਸਵਿਸ ਬੈਂਕਾਂ ਵਿੱਚ ਆ, ਜਿਹੜੇ ਬਿਲੀਅਨ ਪੈਨਾਮਾ ਵਿੱਚ ਰੱਖੇ ਹੋ ਆ। ਇੰਡੀਆ ਦੇ 30 ਤੋਂ 40 ਬਿਲੀਅਨ ਬਲੈਕ ਮਨੀ ਆ, ਬਿਲੀਅਨ ਡਾਲਰ ਲੁਕੋ ਕੇ ਰੱਖੇ ਇੰਡੀਅਨ ਪੋਲੀਟੀਸ਼ੀਅਨ ਨੇ ਤਾਂ ਬਿਜ਼ਨਸ। ਅਸੀਂ ਉਹੀ ਚੈਲੰਜ ਕਰਦੇ, ਸਾਨੂੰ ਤੁਸੀਂ ਸੱਦ ਲਓ ਤੇ ਇੱਕ ਇੰਡੀਅਨ ਜਿਹੜਾ ਪੋਲੀਟੀਸ਼ੀਅਨ ਸੱਦ ਲਓ, ਇਹ ਕਰ ਲਈ ਇੱਥੇ ਗੱਲਬਾਤ ਖੁੱਲੀ ਪਈ ਕੌਣ ਪੈਸੇ ਲੁਕੋ ਰਿਹਾ ਆ। UK ਦੀ ਸਰਕਾਰ ਸਾਨੂੰ ਚਿੱਠੀਆਂ ਭੇਜਦੀ ਥੈਂਕ ਯੂ ਦੀ, ਤੇ ਇੰਡੀਅਨ ਦੇ ਮੀਡੀਆ ਸਾਨੂੰ ਕਹਿ ਰਹੇ ਆ ਵੀ ਤੁਸੀਂ ਟੈਰਰਿਸਟ ਹੋ। ਜੇ ਤੁਹਾਨੂੰ ਤੁਸੀਂ 1000 ਪਾਉਂਡ ਦੋਗੇ, 250 ਪਾਉਂਡ ਸਾਨੂੰ ਗਵਰਨਮੈਂਟ ਫ੍ਰੀ ਦਿੰਦੀ ਆ, ਭਈ ਤੁਹਾਨੂੰ ਸ਼ਾਬਾਸ਼ ਤੁਸੀਂ ਡੋਨੇਟ ਕਰਦੇ ਚੈਰਿਟੀ ਨੂੰ। ਉਹ ਅਸੀਂ ਗਿਫਟ, ਸਾਡੀ ਜਿਹੜੀ ਭਈ ਕਹਿ ਲਓ ਸੈਲਰੀਜ਼ ਆ ਜਾਂ ਐਕਸਪੈਂਸਿਸ ਮੋਸਟਲੀ 90-80-90% ਬਿਲਕੁਲ ਗਿਫਟ, ਗਵਰਨਮੈਂਟ ਦੀ ਜਿਹੜੀ ਗਿਫਟ ਇਹਨਾਂ ਕਵਰ ਹੋ ਜਾਂਦੀ ਆ। ਇੱਕ ਤੁਸੀਂ ਬੰਦੇ ਨੂੰ ਇਹਨਾਂ ਨਾਲ ਚੜਾਓ ਸਿਰ ਤੇ ਵੀ ਉਹ ਚੜ ਕੇ ਕਹਿ ਦੇਵੇ ਮੈਨੂੰ ਕੋਈ ਸਵਾਲ ਨਹੀਂ ਪੁੱਛ ਸਕਦੇ ਤੁਸੀਂ। ਇਹ ਜਿਹੜੀਆਂ ਸੰਸਥਾ ਸੰਗਤ ਦੀਆਂ ਆ, ਰਜਿਸਟਰ ਸੰਸਥਾ, ਸਾਰੇ ਸੇਵਾ ਕਰਨ ਆਏ ਸੀ, ਹੁਣ ਸਾਰੇ ਕੰਮ ਕਰ ਰਹੇ ਮੁੜ ਕੇ। ਸਾਡੀ ਲੀਡਰਸ਼ਿਪ ਸਾਰੀ ਦੁਨੀਆ 'ਚ ਆ, ਹਰ ਇੱਕ ਕੋਈ ਬੰਦਾ ਉਹਨੂੰ ਕੁਐਸਚਨ ਪੁੱਛ ਸਕਦਾ ਪੈਸੇ ਬਾਰੇ, ਡੋਨੇਸ਼ਨ ਬਾਰੇ। ਜੇ ਨਹੀਂ ਜਵਾਬ ਦਿੰਦੇ ਉਹ ਠੱਗ ਹੋਊ। ਬੰਦੇ ਇਕੱਠੇ ਕਹਿੰਦੇ ਤੁਸੀਂ ਕੌਣ ਆ? ਅਸੀਂ ਸਿੱਖ ਆ। ਕਹਿੰਦੇ ਸਿੱਖ ਪਹਿਲੀ ਵਾਰੀ ਇੱਥੇ ਆਇਆ। ਮੈਂ ਕਹਿੰਦਾ ਨਹੀਂ, 500 ਸਾਲ ਪਹਿਲਾਂ ਇੱਕ ਹੋਰ ਵੀ ਇੱਥੇ ਸਿੱਖ ਆਏ ਸੀਗੇ, ਉਹਦਾ ਅਸੀਂ ਸੰਦੇਸ਼ ਲੈ ਕੇ ਆਏ ਆ ਸਰਬਾਤੇ ਪਦੇ। ਫਿਰ ਪੁੱਛਣ ਲੱਗਿਆ ਕੌਣ ਸੀ ਗੁਰੂ ਨਾਨਕ ਦੇਵ ਜੀ। ਕਿਸਾਨ ਲੀਡਰਸ਼ਿਪ ਦੀ ਜਾਂ ਯੂਥ ਲੀਡਰਸ਼ਿਪ, ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਇੱਕ ਪਾਸੇ ਦੀਪ ਸਿੱਧੂ ਆ ਤੇ ਲੱਖਾ ਸਿਧਾਣਾ, ਦੂਜੇ ਪਾਸੇ ਵੀ ਸਿਆਣੇ ਕਿਸਾਨ ਲੀਡਰ। ਇਹ ਸਾਰੇ ਇਹਨਾਂ ਦਾ ਇੱਕ ਮਕਸਦ ਹੀ ਆ ਵੀ ਕਿਸਾਨਾਂ ਦੀ ਕਿੱਦਾਂ ਮਦਦ, ਕਿਸਾਨ ਦੀ ਮਦਦ ਕਿੱਦਾਂ ਕਰਨੀ। You are listening to the Harjinder Gill Show, Rams Punjabi, only on 1350 AM. ਜੀ ਦੋਸਤੋ, ਇੱਕ ਵਾਰੀ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਰਜਿੰਦਰ ਗਿੱਲ ਸ਼ੋਅ 1350 AM ਦੇ ਉੱਪਰ ਤੁਸੀਂ ਸੁਣ ਰਹੇ ਹੋ। ਇਸ ਵੇਲੇ 2:13 ਹੋ ਚੁੱਕੇ ਨੇ ਤੇ ਜਿਵੇਂ ਥੋੜੀ ਦੇਰ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਭਾਈ ਰਵੀ ਸਿੰਘ ਖਾਲਸਾ ਸਾਡੇ ਨਾਲ ਹੋਣਗੇ ਖਾਲਸਾ ਏਡ ਤੋਂ, ਸੋ ਉਹਨਾਂ ਦੇ ਨਾਲ ਸਾਡੀ ਇਸ ਵੇਲੇ ਲਾਈਨ ਵੀ ਮਿਲ ਚੁੱਕੀ ਹੈ ਤੇ ਅਸੀਂ ਇੱਕ ਵਿਸ਼ੇਸ਼ ਗੱਲਬਾਤ ਲੈ ਕੇ ਹਾਜ਼ਰ ਹੋ ਰਹੇ ਹਾਂ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਬਹੁਤ-ਬਹੁਤ ਸਵਾਗਤ ਕਰ ਰਹੇ ਹਾਂ ਜੀ ਆਇਆਂ ਨੂੰ। ਤੇ ਨਾਲ ਹੀ ਜਿੱਥੇ ਆਪਾਂ ਪਹਿਲਾਂ ਆਫ ਦੀ ਏਅਰ ਵੀ ਗੱਲ ਕਰਦੇ ਸੀ ਕਿ ਸਾਡੇ ਸਾਰਿਆਂ ਦੇ ਲਈ ਬਹੁਤ ਵੱਡੇ ਪ੍ਰਾਊਡ ਦੀ, ਬੜੇ ਮਾਣ ਦੀ ਔਰ ਹਮੇਸ਼ਾ ਕਹੀ ਕਿ ਇਹੋ ਜਿਹੀ ਇੱਕ ਸਪਿਰਿਟ ਦੀ ਗੱਲ ਸਾਡੇ ਸਾਹਮਣੇ ਆ ਜਾਂਦੀ ਹੈ, ਚਿਹਰਾ ਸਾਹਮਣੇ ਆ ਜਾਂਦਾ ਜਦੋਂ ਖਾਲਸਾ ਏਡ ਦਾ ਜ਼ਿਕਰ ਚੱਲਦਾ। ਇਸ ਪ੍ਰਾਊਡ ਨੂੰ ਪਹਿਲਾਂ ਤਾਂ ਤੁਸੀਂ ਕਿਵੇਂ ਦੇਖਦੇ ਹੋ ਖਾਲਸਾ ਜੀ? ਨਹੀਂ, ਸਾਰੇ ਪਾਸੇ ਪਿਆਰ ਹੀ ਪਿਆਰ ਆ। ਜਦੋਂ ਵੀ ਕਿਤੇ ਜਾਈਦਾ ਜਾਂ ਬਾਹਰ ਇੰਗਲੈਂਡ ਤੋਂ ਬਾਹਰ ਜਾਈਦਾ, ਇੰਗਲੈਂਡ ਵੀ ਜਾਈਦਾ, ਇੱਥੇ ਬਾਹਰ ਦੁਕਾਨਾਂ ਵੀ ਜਾਈਦਾ, ਸੰਗਤ ਮਿਲਦੀ ਪਿਆਰ ਦੇ ਨਾਲ। ਜਿੱਥੇ ਵੀ ਜਾਈਦਾ ਪਿਆਰ ਹੀ ਪਿਆਰ ਆ। ਇਹ ਕਦੀ ਸੋਚਿਆ ਨਹੀਂ ਸੀਗਾ ਭਈ ਇੰਨਾ ਪਿਆਰ ਭਈ ਪ੍ਰਾਪਤ ਹੋਊਗਾ, ਕਿਉਂਕਿ ਕਈ ਵਾਰੀ ਇਨਸਾਨ ਦੂਜੇ ਪਾਸੇ ਪੈ ਜਾਂਦਾ ਕੰਮਾਂ ਤੇ, ਤੇ ਜਦੋਂ ਇਸ ਫੀਲਡ ਤੇ ਪੈਂਦਾ ਇੱਕ ਵਾਰ ਤੁਹਾਨੂੰ ਦੂਜੀਆਂ ਗੱਲਾਂ ਨੈਗੇਟਿਵਿਟੀ ਕਦੇ ਸੁਣਨੀ ਪੈਂਦੀ, ਪਰ ਜਿਹੜਾ ਪਿਆਰ ਆ, ਪਿਆਰ ਸਾਰੇ ਤੋਂ ਜ਼ਿਆਦਾ ਆ ਤੇ ਬਹੁਤ ਮਹਿਸੂਸ ਵੀ ਬਹੁਤ ਹੁੰਦਾ। ਥਾਂ ਥਾਂ ਤੇ ਜਦੋਂ ਸੰਗਤ ਮਿਲਦੀ ਰੋਕ ਕੇ ਸਾਨੂੰ ਦੱਸਦੀ ਪਈ ਕਿੰਨਾ ਮਾਣ ਹੈ ਉਹਨੂੰ ਖਾਲਸਾ ਏਡ ਤੇ। ਸੋ ਧੰਨਵਾਦ ਸਾਰੀ ਸੰਗਤ ਦਾ, ਤੁਹਾਡਾ ਸਾਰਿਆਂ ਦਾ, ਮੀਡੀਆ ਦਾ, ਜਿਹੜਾ ਭਈ ਇੰਨਾ ਸਾਨੂੰ ਤੁਸੀਂ ਪਿਆਰ ਦਿਖਾਉਂਦੇ ਜੀ। ਅੱਛਾ ਰਵੀ ਸਿੰਘ ਜੀ, ਅਸੀਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਦੁਨੀਆ ਭਰ ਦੇ ਵਿੱਚ ਤੁਹਾਨੂੰ ਸੁਣਨ ਵਾਲੇ, ਤੁਹਾਡੇ ਆਪਣੇ ਤਰੀਕੇ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਹੋਰ ਅਲੱਗ-ਅਲੱਗ ਇੰਟਰਵਿਊਜ਼ ਦੇ ਜ਼ਰੀਏ ਕਾਫੀ ਗੱਲਾਂ ਬਾਤਾਂ ਕਮਿਊਨਿਟੀ ਤੱਕ ਪਹੁੰਚੀਆਂ ਹੋਣਗੀਆਂ, ਪਰ ਮੈਂ ਜ਼ਰੂਰ ਥੋੜ੍ਹਾ ਜਿਹਾ ਭੂਮਿਕਾ ਦੇ ਰੂਪ ਦੇ ਵਿੱਚ ਜਾਣਨਾ ਚਾਹਾਂਗਾ। ਜਿਵੇਂ ਸਾਰਿਆਂ ਨੂੰ ਪਤਾ ਕਿ 1999 ਤੋਂ ਸ਼ੁਰੂਆਤ ਕਰਕੇ ਅੱਜ ਤੱਕ ਦਾ ਜਿਹੜਾ ਇਹ ਪਿੰਡ ਆ ਖਾਲਸਾ ਏਡ ਨੇ ਕੋਈ ਓਵਰਨਾਈਟ ਇਹ ਜਿਹੜੀ ਬੁਲੰਦੀ ਕਹਿ ਲਈਏ ਜਾਂ ਇਹ ਜਿਹੜੀ ਇੱਕ ਸਪਿਰਿਟ ਕਹਿ ਲਈਏ ਜਾਂ ਫਿਰ ਜਿਹੜਾ ਇਹ ਮਾਣ ਸਤਿਕਾਰ ਹੈ ਓਵਰਨਾਈਟ ਨਹੀਂ ਮਿਲਿਆ। ਇਹਨੂੰ ਤੁਸੀਂ ਬਹੁਤ ਵੱਡੀ ਘਾਲਣਾ ਦੇ ਨਾਲ ਜਿੱਥੇ ਇੱਕ ਸਿਸਟਮ ਦੇ ਨਾਲ ਚਲਾਉਂਦੇ ਹੋਏ ਇੱਥੇ ਤੱਕ ਲੈ ਕੇ ਆਏ ਹੋ। ਥੋੜ੍ਹਾ ਮੈਂ ਜ਼ਰੂਰ ਜਾਣਨਾ ਚਾਹਾਂਗਾ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਨੂੰ, ਜੇਕਰ 1-2 ਮਿੰਟ ਦੇ ਵਿੱਚ ਤੁਸੀਂ ਬਰੀਫ ਕਰਨਾ ਹੋਵੇ। ਨਹੀਂ, ਬਸ ਜਦੋਂ ਖਾਲਸਾ ਸ਼ੁਰੂ ਕੀਤੀ ਸੀ 1999 ਵਿੱਚ, ਉਦੋਂ ਉਹ ਹੀ ਸੋਚਦੇ ਸੀਗੇ 300 ਸਾਲਾਂ ਸੀਗਾ ਉਸ ਵੇਲੇ ਸਾਰੀ ਦੁਨੀਆ ਵਿੱਚ ਸਿੱਖ ਖਾਲਸੇ ਦਾ ਮਨਾਉਂਦੇ ਸੀਗੇ ਤੇ ਅਪ੍ਰੈਲ 99 ਦੇ ਵਿੱਚ। ਤੇ
ਉਸ ਵੇਲੇ ਲੜਾਈ ਲੱਗੀ ਸੀ ਇੱਥੇ ਯੂਰਪ ਦੇ ਵਿੱਚ। ਅਸੀਂ ਸੋਚਿਆ ਦੇਖੋ ਭਈ ਅਸੀਂ ਭਾਈ ਘਨੱਈਏ ਦੀ ਗੱਲ ਕਰਦੇ ਹਾਂ, ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਪਰ ਲੰਗਰ ਦੀ ਗੱਲ ਕਰਦੇ ਹਾਂ, ਪਰ ਅਸੀਂ ਉੱਥੇ ਕੰਧਾਂ 'ਚ ਹੀ ਰਹਿਣ ਤੱਕ ਗੁਰਦੁਆਰੇ ਵਿੱਚ ਹੋਰ ਕਿਤੇ ਲੈ ਕੇ ਨਹੀਂ ਜਾ ਸਕੇ। ਸੋ ਇੱਕ ਦੁਨੀਆ ਦੀ ਪਹਿਲੀ ਸਿੱਖਾਂ ਦੀ ਸੰਸਥਾ ਬਣ ਗਈ ਉਸ ਵੇਲੇ। ਉਹ ਵੀ ਜਦੋਂ ਗੁਰਦੁਆਰੇ ਅਸੀਂ ਤਿਆਰੀ ਕਰਦੇ ਸੀਗੇ ਨਗਰ ਕੀਰਤਨ ਦੀ 1999 ਵਿੱਚ, ਤੇ ਮੈਨੂੰ ਉੱਦਾਂ ਅਸੀਂ ਰੱਸੇ ਬੰਨ੍ਹਦਾ ਸੀ ਟਰੱਕਾਂ ਦੇ ਨਾਲ, ਉਸ ਵੇਲੇ ਟਰੱਕ ਤਿਆਰ ਕਰਦੇ। ਅੱਛਾ ਜੀ। ਤੇ ਮੇਰੇ ਦੋਸਤ ਸੀਗੇ ਇੱਕ ਦੋ ਲੱਗੇ, ਤੇ ਮੈਂ ਸੋਚੀ ਗਿਆ ਭਈ ਮੈਂ ਇੱਕ ਉਸ ਦਿਨ ਹੀ ਕੁਛ ਪੜ੍ਹਿਆ ਸੀ ਪੇਪਰ 'ਚ ਕਿ ਗੋਰੇ ਟਰੱਕ ਲੈ ਕੇ ਜਾ ਰਿਹਾ ਜਿੱਥੇ ਲੜਾਈ ਲੱਗੀ ਉਹ ਖਾਣਾ ਪੀਣ ਲੈ ਕੇ। ਉਹ ਮੇਰੇ ਮਨ 'ਚ ਗੱਲ ਪੈ ਗਈ, ਤੇ ਮੈਂ ਟਰੱਕ ਬੰਨ੍ਹਦਾ ਜੇ ਕਈ ਵਾਰ ਸੋਚਦਾ ਹੁੰਦਾ ਵੀ ਆਪਣੇ ਮਨ 'ਚ ਇੱਕ ਚੀਜ਼ ਸ਼ੁਰੂ ਕਰਨੀ ਚਾਹੀਦੀ ਆ, ਕਿਉਂ ਸਾਡੇ ਸਿੱਖਾਂ 'ਚ ਕੁਛ ਆਪਣੇ ਮਨ ਸੋਚਦਾ, ਉਹ ਵਿੱਚੋਂ ਨਿਕਲਿਆ ਮੂੰਹ 'ਚ ਖਾਲਸਾ ਏਡ ਰੱਖਣਾ ਚਾਹੀਦਾ था। ਤੇ ਮੇਰਾ ਨਾਲ ਦੋਸਤ ਸੀਗਾ, ਕਹਿੰਦਾ ਤੂੰ ਆਪਣੇ ਨਾਲ ਗੱਲਾਂ ਕਰੀ ਜਾਂਦਾ, ਕੀ ਹੋਇਆ? ਮੈਂ ਫਿਰ ਸਮਝਾਇਆ, ਮੈਂ ਕਿਹਾ ਅਸੀਂ ਗੁਰਦੁਆਰੇ ਆਹ ਕਰਦੇ ਕੰਮ, ਪਰ ਕਿਉਂ ਨਹੀਂ ਇੱਕ ਚੀਜ਼ ਦਈਏ ਦੁਨੀਆ ਨੂੰ। ਅਸੀਂ ਦੁਨੀਆ ਨੂੰ ਹਰ ਵਾਰੀ ਕਹਿੰਦੇ ਹਾਂ ਭਈ ਦੇਖੋ ਸਾਡੇ ਉੱਪਰ ਕੀ ਹੋਇਆ, ਸਾਡੇ ਉੱਪਰ ਕੀ ਬੀਤਿਆ, ਪਰ ਅਸੀਂ ਹਾਲੇ ਤੱਕ ਕੋਈ ਦੇ ਨਹੀਂ ਸਕੇ। ਇੰਨਾ ਸਿੱਖੀ ਦੇ ਵਿੱਚ ਇੰਨੀ ਸੇਵਾ, ਇੰਨਾ ਪਿਆਰ ਆ। ਉਹ ਫਿਰ ਖਾਲਸਾ ਜਾਣ ਕੇ ਰੱਖਿਆ ਅਸੀਂ, ਖਾਲਸਾ ਏਡ, ਕਿਉਂਕਿ 84 ਮਗਰੋਂ ਜਿਹੜਾ ਅੱਖਰ ਖਾਲਸਾ ਉਹਨੂੰ ਨੈਗੇਟਿਵ ਲਾਈਟ ਤੇ ਲਿਆਤਾ ਸੀਗਾ ਕਈ ਸਰਕਾਰਾਂ ਨੇ ਇੰਡੀਆ ਦੇ ਵਿੱਚ। ਸੋ ਅਸੀਂ ਜਿਹੜਾ ਖਾਲਸੇ ਦਾ ਮਤਲਬ ਇਨਸਾਨੀਅਤ ਤੌਰ ਤੇ ਸੰਸਪਾਈ ਦਾ ਇੱਕ ਬਹੁਤ ਵੱਡਾ ਕਨਸੈਪਟ ਭਈ ਜਿਹੜਾ ਅਸੀਂ ਸਮਝ ਨਹੀਂ ਸਕੇ, ਉਹ ਫਿਰ ਅਸੀਂ ਇੱਕ ਦੁਨੀਆ ਲੈ ਗਏ ਜਿੱਥੇ ਸਾਨੂੰ ਖਾਲਸੇ ਦਾ ਨਾਮ ਮਾੜਾ ਕੀਤਾ, ਅਸੀਂ ਦੂਜੇ ਜਾ ਕੇ ਉਹ ਨਾਂ ਉੱਚਾ ਕਰੀਏ ਭਈ ਖਾਲਸੇ ਦਾ ਮਤਲਬ ਇਨਸਾਨੀਅਤ ਤੌਰ ਤੇ ਸੰਸਪਾਈ। ਅਸੀਂ ਜਿੱਥੇ ਜ਼ੁਲਮ ਆ ਉੱਥੇ ਜਾਂਦੇ ਆ, ਜਿਹੜੇ ਕੋਈ ਲੋਕਾਂ ਤੋਂ ਜ਼ੁਲਮ ਹੁੰਦਾ ਉਹ ਨਾਲ ਖੜੇ ਹੁੰਦੇ ਆ। ਸੋ ਕਿਉਂ ਨਹੀਂ ਅਸੀਂ ਲੰਗਰ ਉੱਥੇ ਆ ਕੇ ਵਰਤਾਉਂਦੇ ਜਿੱਥੇ ਲੋੜ ਹੈ। ਤਾਂ ਹੀ ਰੱਖਿਆ ਖਾਲਸਾ ਏਡ, ਕਿਉਂਕਿ 300 ਸਾਲਾਂ ਦੇ ਵਿੱਚ ਜਦੋਂ 300 ਸਾਲ ਮਨਾ ਰਹੇ ਸੀ ਖਾਲਸੇ ਦਾ, ਉਦੋਂ ਸ਼ੁਰੂ ਕੀਤੀ ਸੀਗੇ ਦੁਨੀਆ ਨੂੰ ਇੱਕ ਤੋਹਫਾ ਦੇਣ ਨੂੰ ਭਈ ਸਾਡੇ ਵੱਲੋਂ ਸਿੱਖਾਂ ਵੱਲੋਂ ਇੱਕ ਤੋਹਫਾ ਹੋਊਗਾ, ਉਹ ਵੀ ਹੋਊਗਾ ਸੇਵਾ ਦਾ। ਜਿੱਥੇ ਵੀ ਲੋੜ ਹੋਗੀ ਲੰਗਰ ਉੱਥੇ ਚੱਲੂਗਾ। ਹੁਣ ਤੁਸੀਂ ਆਪੇ ਦੇਖ ਲਿਆ 21 ਸਾਲ ਦੇ ਵਿੱਚ ਇਹਦੇ ਵਿੱਚ ਇਹ ਡਰ ਹੁੰਦਾ ਆ ਕਿ ਬੰਦਾ ਵੇਚ ਨਾ ਜਾਵੇ, ਇਹ ਬੰਦਾ ਡੁੱਲ ਨਾ ਜਾਵੇ, ਕੋਈ ਹੋਰ ਨਾ ਪਈ ਉਹ ਵੀ ਕੋਈ ਬਾਬਾ ਬਣ ਕੇ ਬਹਿ ਜਾਵੇ ਪਈ ਸਾਰੇ ਮੇਰੀ ਪੂਜਾ ਕਰੋ। ਅਸੀਂ ਸਾਰੇ ਰਜਿਸਟਰ ਕੀਤੀ, ਇੱਕ ਸਿਸਟਮ ਬਣਾਇਆ ਵੈਸਟਰਨ ਸਟਾਈਲ ਪਈ, ਸਾਰੀ ਟਰਾਂਸਪੇਰੈਂਸੀ ਹੋਵੇ। ਅਸੀਂ 21 ਸਾਲ ਦੇ ਵਿੱਚ ਤੁਸੀਂ ਆ ਕੇ ਸਾਨੂੰ ਦੇਖ ਸਕਦੇ ਆ, ਸਾਡਾ ਆਮ ਆਰਡੀਨਰੀ ਘਰ ਆ। ਅਸੀਂ ਸਾਨੂੰ ਕੋਈ ਇਹਦਾ ਕੋਈ ਪੈਸੇ ਦਾ, ਕੋਈ ਕੁਰਸੀ ਦਾ ਕੋਈ ਲਾਲਚ ਨਹੀਂ ਗਾ, ਪਰ ਅਸੀਂ ਇਹ ਚਾਹੁੰਦੇ ਸੀ ਕਿ ਸਿੱਖਾਂ ਦਾ ਕੁਛ ਬਣੇ ਦੁਨੀਆ ਦੇ ਵਿੱਚ, ਇੱਕ ਇੰਸਟੀਟਿਊਸ਼ਨ ਬਣੇ ਬਾਹਰ। ਹੁਣ ਖਾਲਸਾ ਏਡ ਇੱਕ ਇੰਸਟੀਟਿਊਸ਼ਨ ਬਣ ਗਈ ਆ। ਸੋ ਸੌਖਾ ਕੁਛ ਨਹੀਂ ਸੀਗਾ, ਕਿਉਂਕਿ ਜਦੋਂ ਕਈ ਵਾਰ ਅਸੀਂ ਦੇਖਦੇ ਹਾਂ ਲੋਕ ਕਹਿੰਦੇ ਤੁਸੀਂ ਆਪਣੀਆਂ ਫੋਟੋਆਂ ਪਾਈ ਜਾਂਦੇ, ਇੰਟਰਨੈਟ ਤੇ ਇਹ ਕਰੀ ਜਾਂਦੇ, ਉਹ ਕਰੀ ਜਾਂਦੇ। 8-9 ਸਾਲ ਪਹਿਲਾਂ ਕੋਈ ਫੇਸਬੁੱਕ ਨਹੀਂ ਸੀਗਾ, ਕੋਈ ਇੰਸਟਾਗ੍ਰਾਮ ਨਹੀਂ ਸੀਗਾ, ਕੋਈ ਸੋਸ਼ਲ ਮੀਡੀਆ ਨਹੀਂ ਸੀਗਾ, ਬਿਲਕੁਲ ਬਸ ਜਿੱਦਾਂ ਰੇਡੀਓ ਸਟੇਸ਼ਨ ਸੀ ਜਾਂ ਕੋਈ ਅਖਬਾਰਾਂ ਸੀਗੀਆਂ, ਸਾਰਾ ਕੋਈ ਧੱਕੇ ਖਾ ਕੇ ਸੰਗਤ ਨਾ ਪਈ ਟਰਸਟ ਬਣਾਇਆ ਬਾਹਰ ਜਾ ਕੇ ਵੀ ਦੇਖੋ ਅਸੀਂ ਪੈਸੇ ਖਾਣ ਨਹੀਂ ਆਏ, ਅਸੀਂ ਤੁਹਾਨੂੰ ਧੋਖਾ ਦੇਣ ਨਹੀਂ ਆਏ, ਅਸੀਂ ਬਿਲਕੁਲ ਸਾਨੂੰ ਕੋਈ ਲਾਲਚ ਨਾ, ਲਾਲਚ ਸੇਵਾ ਦਾ ਆ। ਤੇ ਤਾਂ ਹੀ 10 ਸਾਲ ਬਾਅਦ ਅਸੀਂ ਪੰਜਾਬ ਬਣੇ। 10 ਸਾਲ ਪਹਿਲਾਂ ਪੰਜਾਬ ਨਹੀਂ ਬੜੇ, ਕਿਉਂਕਿ ਜੇ 1999 ਤੁਹਾਡੇ ਕੋਲ ਮੈਂ ਆਉਣਾ, ਅਸੀਂ ਸੇਵਾ ਕਰਨੀ ਚਾਹੁੰਦੇ ਆ, ਤੁਸੀਂ ਮਦਦ ਕਰੋ, ਪੰਜਾਬ ਕਹਿਣਾ ਹੋਰ ਠੱਗ ਆ ਗਏ। ਉਸ ਵੇਲੇ ਬਹੁਤ ਹੀ ਜਿੱਦਾਂ ਨਾਂ ਮਾੜਾ ਕੀਤਾ ਸੀ ਉਸ ਵੇਲੇ ਚੈਰਿਟੀਆਂ ਦਾ। ਸੋ ਅਸੀਂ ਬਾਹਰ 10 ਸਾਲ ਧੱਕੇ ਖਾ ਕੇ ਬਣਾਇਆ ਇੱਕ ਸਿਸਟਮ, ਉਹ ਵੀ ਟਰਸਟ ਆ। ਫਿਰ ਕਾਫੀ ਜਿੱਦਾਂ ਮੁਸ਼ਕਲਾਂ ਦੇਖੀਆਂ, ਬਹੁਤ ਜਿੱਦਾਂ ਵੀ ਡੇਂਜਰਸ ਥਾਂ ਦੇਖੇ, ਇਕੱਲੇ ਜਾਣਾ ਉੱਥੇ, ਕਈ ਵਾਰੀ ਥਾਂ ਨਹੀਂ, ਕਦੀ ਉੱਥੇ ਸੌਣ ਨੂੰ ਵੀ ਥਾਂ ਹੁੰਦਾ, ਕਿਸੇ ਘਰ ਸੌਣਾ ਪੈਂਦਾ ਜਾਂ ਕਿਸੇ ਟਰੱਕ ਥੱਲੇ ਸੌਣਾ ਪੈਂਦਾ। ਹੁਣ ਤਾਂ ਸਮਾਂ ਬਦਲ ਗਿਆ, ਪਰ ਇਹ ਸਾਰਾ ਕੁਛ ਤੁਹਾਡੀ ਜਿਹੜੀ ਸੰਗਤ ਆ, ਤੁਹਾਡਾ ਪਿਆਰ ਆ, ਇਹ ਸਾਰੀ ਸੰਗਤ ਨਾਲ ਹੋਇਆ। ਇਹ ਨਹੀਂ ਕਹਿ ਸਕਦਾ ਇਕੱਲਾ ਰਵੀ ਸਿੰਘ ਨੇ ਬਣਾਇਆ, ਇਹ ਸਾਰਿਆਂ ਦਾ ਟੀਮ ਵਰਕ ਆ। ਜੇ ਸੰਗਤ ਸਾਨੂੰ ਨਹੀਂ ਟਰਸਟ ਕਰਦੀ, ਨਹੀਂ ਬਲੀਵ ਕਰਦੀ, ਅਸੀਂ ਅੱਜ 21 ਸਾਲ ਇੱਥੇ ਨਹੀਂ ਬੈਠੇ ਹੋਣਾ ਸੀਗਾ। ਅੱਛਾ ਰਵੀ ਸਿੰਘ ਜੀ, ਇਸ ਵੇਲੇ ਕਿਹੜੇ ਦੇਸ਼ਾਂ ਦੇ ਵਿੱਚ ਖਾਲਸਾ ਏਡ ਦੇ ਚੈਪਟਰ ਅਫੀਸ਼ੀਅਲ ਤੌਰ ਦੇ ਉੱਤੇ ਚੱਲ ਰਹੇ ਨੇ? ਹਾਂਜੀ, ਇੰਡੀਆ ਵਿੱਚ ਹੈਗਾ, UK ਵਿੱਚ ਹੈਗਾ, US ਹੈਗਾ, ਕੈਨੇਡਾ ਹੈਗਾ, ਆਸਟ੍ਰੇਲੀਆ ਵੀ ਸਾਡੀ ਟੀਮ ਹੈਗੀ, ਉਹ ਸੈਟਅਪ ਹੋ ਰਿਹਾ ਉੱਥੇ ਰਜਿਸਟ੍ਰੇਸ਼ਨ। ਠੀਕ ਹੈ। ਸੋ ਜਿਹੜੇ ਕੈਨੇਡਾ ਦੀ ਜਾਂ ਬਾਕੀ UK ਦੀ ਤੁਸੀਂ ਗੱਲ ਕਰ ਰਹੇ ਹੋ, UK ਦੇ ਚਲੋ ਬੇਸਡ ਹੀ ਹੈ, US ਜਾਂ ਕੈਨੇਡਾ ਦੀ ਜੇ ਗੱਲ ਕਰੀਏ, ਇੱਥੇ ਆਲਰੇਡੀ ਅਫੀਸ਼ੀਅਲ ਤੌਰ ਤੇ ਰਜਿਸਟਰਡ ਆਪਣੀ ਇੱਕ ਚੈਰਿਟੀ ਦੇ ਤੌਰ ਦੇ ਉੱਤੇ ਖਾਲਸਾ ਏਡ ਰਜਿਸਟਰਡ ਹੈ ਜੀ। ਕਿਉਂਕਿ ਇੱਕ ਸਵਾਲ ਪਿਛਲੇ ਦਿਨੀ ਵੀ ਆਪਾਂ ਜਦੋਂ ਜ਼ਿਕਰ ਕਰ ਰਹੇ ਸੀ ਤਾਂ ਫੰਡਿੰਗ ਨੂੰ ਲੈ ਕੇ ਬਹੁਤ ਵੱਡਾ ਇੱਕ ਸਵਾਲ ਖੜਾ ਹੋ ਰਿਹਾ, ਜਦੋਂ ਖਾਸ ਤੌਰ ਤੇ ਇੰਡੀਅਨ ਮੀਡੀਆ ਦੀ ਗੱਲ ਕਰੀਏ ਤਾਂ ਉਹ ਥੋੜਾ ਉਹਦੇ ਤੇ ਐਡਰੈਸ ਕਰਨਾ ਚਾਹੋ ਕਿ ਚੈਰਿਟੀ ਜਿਹੜੀ ਹੈ ਜੀ ਉਹ ਅਫੀਸ਼ੀਅਲ ਤੌਰ ਦੇ ਉੱਤੇ ਰਜਿਸਟਰਡ ਹੈ ਇਹਨਾਂ ਕੰਟਰੀਜ਼ ਦੇ ਵਿੱਚ, ਜਾਂ ਕਿਵੇਂ ਫੰਡਿੰਗ ਕਿਵੇਂ? ਹਾਂਜੀ, UK US ਜਿੱਦਾਂ ਸਾਰੀ ਪ੍ਰੋਪਰ ਚੈਰਿਟੀ ਸੈਟਅਪ ਸਾਰਾ ਰਜਿਸਟ੍ਰੇਸ਼ਨ ਹੈਗੀ ਆ। UK ਦੀ ਤਾਂ 99 ਦੀ ਹੋਈ ਰਜਿਸਟ੍ਰੇਸ਼ਨ, 21 ਸਾਲ ਹੋ ਗਏ, ਤੇ US ਦੀ ਹੋ ਗਈ। ਕੈਨੇਡਾ ਦੇ ਪਿਛਲੇ ਸਾਲ ਅਸੀਂ ਪਾਏ ਸੀਗਾ ਸਾਰੇ ਪੇਪਰ, ਮਾੜਾ ਕੰਮ ਸਲੋ ਹੋ ਗਿਆ ਕੋਵਿਡ ਕਰਕੇ, ਉਹਦੇ ਵਿੱਚ ਨੋਨ ਪ੍ਰੋਫਿਟ ਰਜਿਸਟਰਡ ਆ, ਪਰ ਜਿਹੜਾ ਫੁੱਲ ਚੈਰਿਟੀ ਸਟੇਟਸ
ਸਾਨੂੰ ਆਸ ਹੈਗੀ ਵੀ ਸਮਰ ਤੱਕ ਸਾਨੂੰ ਫੁੱਲ ਚੈਰਿਟੀ ਸਟੇਟਸ ਮਿਲ ਜਾਣਾ। ਪਰ ਬਾਕੀ ਸਾਰੀ ਜਿਹੜਾ ਵੀ ਸਾਡੀ ਆਰਗੇਨਾਈਜੇਸ਼ਨ ਉੱਤੇ ਨੋਨ ਪ੍ਰੋਫਿਟ ਲੈਵਲ ਤੇ ਰਜਿਸਟਰਡ ਹੈਗੀ ਆ। ਸਾਨੂੰ ਇਸ ਸਾਲ ਸਾਡੇ ਅਕਾਊਂਟ ਵੀ ਕਰਨੇ ਪੈਣੇ ਆ ਤੇ ਉਹ ਵੀ ਸਾਰਾ ਦਿਖਾਲਣਾ ਪੈਣਾ ਵੀ ਕਿੱਥੇ ਪੈਸਾ ਆ ਰਿਹਾ, ਕਿੱਥੋਂ ਆ ਰਿਹਾ। ਫੰਡਿੰਗ ਦੀ ਗੱਲ ਆ ਜਾਂਦੀ ਵਿੱਚ, ਤੇ ਫੰਡਿੰਗ ਸਾਡੀ ਵੈਰੀ ਓਪਨ ਆ, ਕਿਉਂਕਿ ਮੈਜੋਰਿਟੀ ਜਿਹੜੀ ਸਾਡੀ ਫੰਡਿੰਗ ਆਉਂਦੀ ਆ ਉਹ ਆਉਂਦੀ ਆ ਸੰਗਤ ਬੈਂਕ 'ਚ ਪੈਸੇ ਦਿੰਦੀ, ਬੈਂਕ 'ਚੋਂ ਉਹਦੀ ਫੁੱਲ ਟ੍ਰੇਲ ਹੁੰਦੀ ਹੈ। ਕੋਈ ਸਾਨੂੰ ਕੋਈ ਟੈਚੀ ਭਰ ਕੇ ਕੋਈ ਮਿਲੀਅਨ ਸਾਨੂੰ ਪੈਸੇ ਦੇਣਾ, ਟੈਚੀ ਭਰ ਕੇ ਸਾਰੇ ਸੰਗਤ ਬੈਂਕ 'ਚ ਪਹੁੰਚੀ, ਜਾਂ ਬੈਂਕ ਜਾਂ ਕ੍ਰੈਡਿਟ ਕਾਰਡ ਸਿਸਟਮ ਆ ਉਹ ਫਿਰ ਸਾਡੀ ਬੈਂਕ ਜਾਂਦਾ, ਫਿਰ ਆਟੋਮੈਟਿਕ ਟ੍ਰੇਲ ਬਣ ਜਾਂਦੀ ਹੈ। ਇਹ ਨਹੀਂ ਭਈ ਕੋਈ ਬੰਦਾ ਲੁਕੋ ਸਕਦਾ ਕਿੰਨੇ ਪੈਸੇ ਆਏ ਕਿੰਨੇ ਨਹੀਂ, ਇਹ ਸਾਰੀ ਸਿਸਟਮ ਉੱਥੇ ਪ੍ਰਿੰਟ ਆਊਟ ਹੁੰਦਾ। ਸੋ ਜਿਹੜੇ ਭਈ ਤੁਸੀਂ ਫੰਡਿੰਗ ਭਈ ਗੱਲ ਕੀਤੀ ਵੀ ਸਾਡੇ ਉੱਪਰ ਜਿਹੜੇ ਭਈ ਇੰਡੀਆ ਮੀਡੀਆ ਵੱਲੋਂ ਕੋਈ ਗੱਲ ਹੋ ਰਹੀ ਫੰਡਿੰਗ ਦੀ, ਤਾਂ ਉਹੀ ਮੀਡੀਆ ਹੈਗਾ ਉਹ ਸਰਕਾਰਾਂ ਦਾ, ਜਿਹੜੇ ਸਰਕਾਰਾਂ ਦੇ ਬਿਲੀਅਨਸ ਐਂਡ ਬਿਲੀਅਨ ਡਾਲਰ ਸਵਿਸ ਬੈਂਕਾਂ ਵਿੱਚ ਆ, ਜਿਹੜੇ ਬਿਲੀਅਨ ਪੈਨਾਮਾ ਵਿੱਚ ਰੱਖੇ ਹੋ ਆ। ਇੰਡੀਆ ਦੇ 30 ਤੋਂ 40 ਬਿਲੀਅਨ ਬਲੈਕ ਮਨੀ ਆ, ਬਿਲੀਅਨ ਡਾਲਰ ਲੁਕੋ ਕੇ ਰੱਖੇ ਇੰਡੀਅਨ ਪੋਲੀਟੀਸ਼ੀਅਨ ਨੇ ਤਾਂ ਬਿਜ਼ਨਸ। ਅਸੀਂ ਉਹੀ ਚੈਲੰਜ ਕਰਦੇ, ਸਾਨੂੰ ਤੁਸੀਂ ਸੱਦ ਲਓ ਤੇ ਇੱਕ ਇੰਡੀਅਨ ਜਿਹੜਾ ਪੋਲੀਟੀਸ਼ੀਅਨ ਸੱਦ ਲਓ, ਇਹ ਕਰ ਲਈ ਇੱਥੇ ਗੱਲਬਾਤ ਖੁੱਲੀ ਪਈ ਕੌਣ ਪੈਸੇ ਲੁਕੋ ਰਿਹਾ ਆ। ਸਾਡਾ ਸਾਰਾ ਕੁਝ ਖੁੱਲਾ ਆ, ਸਾਡੇ ਆ ਕੇ ਦੇਖੋ, ਸਾਨੂੰ ਮਿਲੋ, ਸਾਨੂੰ ਤੁਸੀਂ ਆ ਕੇ ਪੁੱਛੋ ਸਵਾਲ, ਸਾਡੇ ਆਫਿਸ ਆਵੋ, ਸਾਡੇ ਕੈਨੇਡਾ ਟੀਮ ਨੂੰ ਪੁੱਛੋ ਤੁਹਾਡੇ ਪੈਸੇ ਕਿੰਨੇ ਆਏ, ਕਿੱਥੇ ਲਾ ਰਹੇ ਆ। ਸਾਡਾ ਕੋਈ ਲੁਕੋਵਾ ਨਹੀਂ ਇਹਦੇ ਵਿੱਚ, ਨਾ ਕਦੀ ਹੋਣਾ ਚਾਹੀਦਾ। ਹਾਂਜੀ, ਠੀਕ ਹੈ ਜੀ। ਅੱਛਾ, ਜਿਹੜੀ ਆਪਾਂ ਲੀਗਲੀ ਜਾਂ ਫਿਰ ਟੈਕਨੀਕਲੀ ਆਪਾਂ ਕਈ ਵਾਰ ਇਹ ਹੁੰਦਾ ਕਿ ਜਦੋਂ ਅਸੀਂ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਦੇ ਵਿੱਚ ਇਸ ਤਰ੍ਹਾਂ ਪਾਰਟੀਸਪੇਟ ਕਰ ਰਹੇ ਹਾਂ, ਇਨਵੋਲਵ ਹੋ ਰਹੇ ਹਾਂ, ਚਾਹੇ ਉਹ ਚੈਰਿਟੀ ਦੇ ਕੰਮ ਹੈ, ਚਾਹੇ ਉਹ ਪੋਲੀਟੀਕਲ ਕੰਮ ਹੈ, ਚਾਹੇ ਉਹ ਸੋਸ਼ਲ ਕੰਮ ਹੈ, ਜਦੋਂ ਲੋਕ ਕਈ ਵਾਰੀ ਬਹੁਤ ਵੱਡਾ ਇੱਕ ਸਵਾਲ ਖੜਾ ਕਰਦੇ ਆ ਕਿ ਜਦੋਂ ਇੱਕ ਕੋਈ ਸੰਸਥਾ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਕੋਈ ਕੰਮ ਕਰਦੇ ਆ ਤਾਂ ਕਿਹੜੇ ਉਹ ਲੀਗਲ ਪੈਮਾਨੇ ਜਾਂ ਪੈਰਾਮੀਟਰਸ ਨੇ ਜਿਨ੍ਹਾਂ ਨੂੰ ਤੁਸੀਂ ਖਿਆਲ ਵਿੱਚ ਰੱਖਦੇ ਹੋ, ਔਰ ਤੁਹਾਡੀ ਪੂਰੀ ਲੀਗਲ ਟੀਮ ਐਗਜ਼ੀਕਿਊਟ ਕਰਨ ਤੋਂ ਪਹਿਲਾਂ ਉਹ ਸਾਰਾ ਸਟਰਕਚਰ ਦੇਖਦੀ ਹੈ ਤਾਂ ਕਿ ਕੋਈ ਕਿਸੇ ਤਰ੍ਹਾਂ ਦੀ ਕੰਪਲੀਕੇਸ਼ਨ ਨਾ ਆਵੇ? ਨਹੀਂ, ਸਾਡੀ ਜਿੱਦਾਂ UK, USA, ਕੈਨੇਡਾ, ਹੁਣ ਆਸਟ੍ਰੇਲੀਆ ਹੋਣ ਲੱਗੀ ਹੈ, ਜਾਂ ਇੰਡੀਆ, ਹਰ ਇੱਕ ਕੰਟਰੀ ਦਾ ਇੰਡੀਆ ਵੀ ਸਿਸਟਮ ਹੈਗਾ ਆ, ਸਾਰਿਆਂ ਦਾ ਸਿਸਟਮ ਹੈਗਾ ਆ। ਉਹ ਸਿਸਟਮ ਚੱਲਣਾ ਪੈਂਦਾ ਸਾਨੂੰ। ਹੁਣ ਜਿੰਨਾ ਮਰਜੀ ਮੇਰਾ ਜੀ ਕਰੇ ਮੈਂ ਕੁਝ ਕਰਨਾ ਚਾਹੁੰਦਾ ਨਹੀਂ ਕਰ ਸਕਦਾ, ਸਿਸਟਮ ਦੇ ਵਿੱਚ ਆ। ਤੁਹਾਡਾ ਅਮਰੀਕਾ ਕੈਨੇਡਾ ਸਿਸਟਮ ਆ, ਰਜਿਸਟ੍ਰੇਸ਼ਨ ਦਾ ਸਿਸਟਮ, UK ਦਾ, USA ਦਾ, ਕਿੱਦਾਂ ਰਜਿਸਟਰ ਕਰਨਾ, ਕਿੱਦਾਂ ਗਵਰਨੈਂਸ ਕਰਨੀ ਆ, ਇਹ ਸਾਰੀ ਚੈਰਿਟੀ ਦੀ ਦੇਖਭਾਲ ਇਦਾਂ ਕਰਨੀ ਆ। ਹੁਣ ਜੇ ਤੁਸੀਂ ਸਾਨੂੰ ਕਹਿੰਦੇ ਭਾਈ ਫੰਡਿੰਗ ਦਾ ਇਸ਼ੂ ਆ, ਸਾਡੇ UK ਸਾਡੀ ਇੰਟੈਲੀਜੈਂਸ ਸਰਵਿਸਿਜ਼ ਦੁਨੀਆ ਦੀ ਸਾਰੀ ਬੈਸਟ ਇੰਟੈਲੀਜੈਂਸ ਸਰਵਿਸਿਜ਼ ਆ, ਉਹ ਕਿਵੇਂ ਸਾਨੂੰ ਅਰੈਸਟ ਕਰਦੇ, ਮਾੜਾ ਕੰਮ ਕਰਦੇ, ਕਿਉਂ ਸਾਨੂੰ ਸਰਕਾਰ UK ਦੀ ਸਰਕਾਰ ਸਾਨੂੰ ਚਿੱਠੀਆਂ ਭੇਜਦੀ ਥੈਂਕ ਯੂ ਦੀ, ਤੇ ਇੰਡੀਅਨ ਦੇ ਮੀਡੀਆ ਸਾਨੂੰ ਕਹਿ ਰਹੇ ਆ ਵੀ ਤੁਸੀਂ ਟੈਰਰਿਸਟ ਹੋ। ਤੁਸੀਂ ਆਪੇ ਹੀ ਦੇਖ ਲਓ ਡਿਫਰੈਂਸ ਕੀ ਆ। ਸੋ ਸਾਨੂੰ ਇੱਥੇ ਖੁੱਲੀ ਛੁੱਟੀ ਆ ਇੰਗਲੈਂਡ ਦੇ ਵਿੱਚ, ਜਿੱਥੇ ਮਰਜ਼ੀ ਦੁਨੀਆ ਜਾਈਏ, ਜਿੱਥੇ ਮਰਜ਼ੀ ਜਾ ਕੇ ਸੇਵਾ ਕਰੀਏ, ਕੋਈ ਸਾਨੂੰ ਕੋਈ ਧੱਕੇਬਾਜ਼ੀ ਨਹੀਂ ਕਰਦਾ, ਰੋਕਦਾ ਨਹੀਂਗਾ ਭਈ ਤੁਸੀਂ ਕਿਉਂ ਰਿਫਿਊਜੀਆਂ ਦੀ ਮਦਦ ਕਰਦੇ, ਕਿਉਂ ਤੁਸੀਂ ਇਹਦੀ ਮਦਦ ਕਰਦੇ, ਉਹਦੀ ਕਰਦੇ। ਸਾਡਾ ਬਿਲਕੁਲ ਖੁੱਲੀ ਛੁੱਟੀ ਆ। ਸੋ ਸਾਡੀ ਜਿਹੜੀ UK ਦੀ ਗੌਰਮੈਂਟ ਹਰ ਇੱਕ ਸਾਨੂੰ ਦੇਖਦੀ ਆ ਕਿਹੜੇ ਦੇਸ਼ਾਂ 'ਚ ਗਏ ਆ। ਜੇ ਅਸੀਂ ਕਹਿ ਲਓ ਭਈ ਇਰਾਕ 'ਚੋਂ ਵਾਪਸ ਆਏ ਆ, ਕਈ ਵਾਰ ਏਅਰਪੋਰਟ 'ਤੇ ਪੁੱਛ ਸਕਦੇ ਸਾਨੂੰ ਤੁਸੀਂ ਇਰਾਕ ਕੀ ਕਰਦੇ ਸੀਗੇ, ਉੱਥੇ ਤਾਂ ਲੜਾਈ ਲੱਗੀ ਹੋਆ, ਉਹ ਉਹਨਾਂ ਦਾ ਫਰਜ਼ ਬਣਦਾ। ਸੋ ਕਈ ਵਾਰੀ ਏਦਾਂ ਦੇ ਸਾਨੂੰ ਸਵਾਲ ਕੁਐਸਚਨ ਆਉਂਦੇ ਆ, ਪਰ ਇਹਦੀ ਕੋਈ ਮੁਸ਼ਕਿਲ ਨਹੀਂ ਹੈਗੀ। ਇਹ ਤਾਂ ਸਾਰਾ ਜਿਹੜਾ ਹਰ ਇੱਕ ਲੀਗਲ ਫਰੇਮ ਸਿਸਟਮ ਜਿਹੜਾ ਵੀ ਸਿਸਟਮ ਆ, ਫਰੇਮਵਰਕ ਆ ਦੁਨੀਆ ਦੇ ਕੰਟਰੀਆਂ ਦਾ, ਅਸੀਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ ਜੀ। ਸੋ ਦੋਸਤੋ ਇੱਕ ਵਾਰੀ ਫਿਰ ਦੱਸ ਦਿੰਦੇ ਹਾਂ, ਭਾਈ ਰਵੀ ਸਿੰਘ ਖਾਲਸਾ ਹੋਰੀ ਖਾਲਸਾ ਏਡ ਤੋਂ ਇਸ ਵੇਲੇ ਸਾਡੇ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ ਸਾਡੇ ਨਾਲ ਗੱਲਬਾਤ ਦੇ ਲਈ ਜੁੜੇ ਨੇ। ਸੋ ਇੱਕ ਵਾਰ ਫਿਰ ਜਿੱਥੇ ਅਸੀਂ ਰਵੀ ਸਿੰਘ ਜੀ, ਇਸ ਗੱਲ ਦਾ ਤਾਂ ਵੈਸੇ ਧੰਨਵਾਦ ਹੀ ਕਰਨਾ ਬਣਦਾ ਕਿ ਜਿਸ ਸ਼ਿੱਦਤ ਦੇ ਨਾਲ, ਜਿਸ ਡੈਡੀਕੇਸ਼ਨ ਦੇ ਨਾਲ, ਜਿਸ ਜਜ਼ਬੇ ਦੇ ਨਾਲ ਨਾ ਸਿਰਫ ਤੁਸੀਂ ਇਕੱਲੇ ਬਲਕਿ ਦੁਨੀਆ ਭਰ 'ਚ ਜਿੱਥੇ ਕਿਤੇ ਵੀ ਕੋਈ ਆਫਤਾਂ ਆਈਆਂ ਨੇ ਉੱਥੇ ਜਿਹੜੇ ਵੋਲੰਟੀਅਰਸ ਨੇ ਉਹਨਾਂ ਨੇ ਬਹੁਤ ਵੱਧ ਚੜ੍ਹ ਕੇ ਤੁਹਾਨੂੰ ਸਪੋਰਟ ਕੀਤਾ ਹੈ ਇਸ ਕਾਜ਼ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ, ਔਰ ਸਾਰੀ ਕਮਿਊਨਿਟੀ ਦਾ ਸਿਰ ਉੱਚਾ ਕੀਤਾ। ਵੋਲੰਟੀਅਰ ਬੇਸ ਦੀ ਜੇ ਗੱਲ ਕਰਾਂ, ਮੈਂਬਰਸ਼ਿਪ ਦੀ ਗੱਲ ਕਰਾਂ, ਤਾਂ ਕੀ ਪੈਮਾਨਾ, ਕਿਵੇਂ ਵੋਲੰਟੀਅਰਲੀ ਤੁਹਾਡੇ ਨਾਲ ਖਾਲਸਾ ਏਡ ਦੇ ਨਾਲ ਕਿਵੇਂ ਜੁੜਿਆ ਜਾ ਸਕਦਾ? ਸਾਡੇ ਕੈਨੇਡਾ ਦੇ ਵਿੱਚ ਜਿਹੜੀ ਕੋਈ ਵੋਲੰਟੀਅਰ ਟੀਮ ਆ, ਉਹ ਫੇਸਬੁੱਕ ਹੈਗੀ, ਇੰਸਟਾਗ੍ਰਾਮ ਹੈਗੀ ਖਾਲਸਾ ਏਡ ਕੈਨੇਡਾ, ਇੰਸਟਾਗ੍ਰਾਮ ਖਾਲਸਾ ਏਡ ਕੈਨੇਡਾ, ਟਵਿੱਟਰ ਤੇ ਫੇਸਬੁੱਕ, ਉੱਤੇ ਤੁਸੀਂ ਮੈਸੇਜ ਭੇਜ ਸਕਦੇ। ਸਾਨੂੰ info@khalsaaid.org ਈਮੇਲ ਤੇ ਭੇਜ ਸਕਦੇ। ਸਾਡੇ ਵੋਲੰਟੀਅਰ ਪੰਜਾਬ, ਇੰਡੀਆ, UK, ਆਸਟ੍ਰੇਲੀਆ, ਯੂਰਪ, ਸਾਰੀ ਦੁਨੀਆ 'ਚ ਸਾਡੇ ਵੋਲੰਟੀਅਰ ਇਸ ਵੇਲੇ ਸਾਡੇ ਇਰਾਕ 'ਚ ਵੀ ਹੈਗੇ ਆ ਵੋਲੰਟੀਅਰ। ਪਰਸੋਂ ਹੀ ਅਸੀਂ ਕੰਬਲ ਇੱਥੇ ਪੈਕ ਕਰਦੇ ਸੀਗੇ 5000 ਕੰਬਲ ਰਿਫਿਊਜੀਆਂ ਲਈ ਇਰਾਕ ਦੇ ਵਿੱਚ। ਤਾਂ ਕਈ ਨੌਜਵਾਨ ਕੁੜੀਆਂ ਮੁੰਡੇ ਮੋਹਰੇ ਆ ਕੇ ਜਿਹੜੇ ਕਰਡਿਸ਼ ਇਰਾਕੀ ਆ ਉਹ ਸਾਨੂੰ ਬਹੁਤ ਲਾਈਕ ਕਰਦੇ ਆ ਸਾਰਿਆਂ ਨੂੰ। ਖਾਲਸਾ ਏਡ ਕਹਿੰਦੇ ਬਹੁਤ ਵਧੀਆ ਆਰਗੇਨਾਈਜੇਸ਼ਨ, ਉੱਥੇ ਬਹੁਤ ਵੱਡਾ ਸਾਡਾ ਬੇਸ ਆ। ਇੱਕ ਸ਼ਹਿਰ ਦੇ ਵਿੱਚ ਹੀ ਤੁਸੀਂ ਜੇ ਅੱਜ ਤੁਸੀਂ ਕੁਝ ਕਰਨਾ ਹੋਵੇ ਉੱਥੇ ਇਰਾਕ ਦੇ ਵਿੱਚ ਸ਼ਹਿਰ ਦੇ ਵਿੱਚ
ਵੀ ਸਾਨੂੰ ਵੋਲੰਟੀਅਰ ਚਾਹੀਦੇ। 250-300 ਬੰਦਾ ਕੁੜੀਆਂ ਮੁੰਡੇ ਇੱਕਦਮ 10 ਮਿੰਟ 'ਚ ਉੱਥੇ ਇਕੱਠੇ ਹੋ ਜਾਊਗਾ, ਇੰਨਾ ਪਿਆਰ ਆ। ਸੋ ਵੋਲੰਟੀਅਰ ਸਾਰੀ ਦੁਨੀਆ ਵਿੱਚ ਹੀ ਆ। ਰਾਈਟ। ਅੱਛਾ, ਆਪਣੀ ਕੋਈ ਜਦੋਂ ਅਸੀਂ ਸੰਸਥਾ ਦੀ ਗੱਲ ਕਰਦੇ ਹਾਂ, ਇੱਕ ਆਰਗੇਨਾਈਜੇਸ਼ਨਲ ਸਟਰਕਚਰ ਦੀ ਗੱਲ ਕਰਦੇ ਹਾਂ, ਤੇ ਜਦੋਂ ਬਹੁਤ ਵੱਡੀਆਂ ਹੋਰ ਵੀ ਸੰਸਥਾਵਾਂ ਜਿਹੜੀਆਂ ਆਪਾਂ ਵਰਲਡ ਲੈਵਲ ਦੇ ਉੱਪਰ ਦੇਖਦੇ ਹਾਂ, ਤਾਂ ਉਹਨਾਂ ਦਾ ਕਈ ਵਾਰ ਇੱਕ ਕੰਸਰਨ ਲੋਕਾਂ ਦਾ ਹੁੰਦਾ ਕਿ ਯਾਰ ਉਹਦੇ ਵਿੱਚ ਜਿਹੜੀ ਡੋਨੇਸ਼ਨ ਅਸੀਂ ਕਰਦੇ ਹਾਂ ਉਹਦੇ ਵਿੱਚੋਂ ਜਦੋਂ ਲੋਕਾਂ ਤੱਕ, ਲੋੜਵੰਦ ਲੋਕਾਂ ਤੱਕ ਫੰਡਸ ਪਹੁੰਚਦੇ ਆ ਤਾਂ ਉਹ ਕਾਫੀ ਕੱਟ ਲੱਗ ਜਾਂਦੀ ਹੈ। ਉਹਨਾਂ ਦੇ ਕੋਈ ਚਾਰਜਸ ਹੁੰਦੇ ਨੇ, ਚਾਹੇ ਉਹਨਾਂ ਨੇ ਆਪਣੇ ਪੇਡ EMPLOYEES ਰੱਖੇ ਹੁੰਦੇ ਨੇ ਜਾਂ ਹੋਰ ਉਹਨਾਂ ਦੇ ਜਿਹੜੇ ਵੀ ਕੋਈ ਫਾਰਮੈਟ ਹੋਣ ਕਿ ਉਹਦੇ ਅਕੋਰਡਿੰਗਲੀ ਉਹ ਪੇਮੈਂਟ ਜਿੰਨੀ ਡੋਨੇਟ ਕੀਤੀ ਜਾਂਦੀ ਹੈ ਉਹ ਪਹੁੰਚਦੀ ਬਹੁਤ ਥੋੜ੍ਹੀ ਰਹਿ ਜਾਂਦੀ ਹੈ। ਖਾਲਸਾ ਏਡ ਦਾ ਸਟਰਕਚਰ ਕੀ ਹੈ ਜੀ? ਖਾਲਸਾ ਏਡ ਜਿੱਦਾਂ ਹੁਣ ਤੁਹਾਡੇ ਵੀ ਹੈਗਾ ਸਿਸਟਮ, ਮੇਰੇ ਖਿਆਲ ਨਾਲ ਵੀ ਅਮਰੀਕਾ ਵੀ ਹੈਗਾ ਸਿਸਟਮ। ਜੇ ਤੁਸੀਂ ਚੈਰਿਟੀ ਨੂੰ ਡੋਨੇਸ਼ਨ ਕਰਦੇ ਫਿਰ ਗੌਰਮੈਂਟ ਤੁਹਾਨੂੰ ਰੀਫੰਡ ਕਰਦੀ ਆ। ਇੱਥੇ ਹੈਗਾ ਇੱਕ ਸਿਸਟਮ ਹੈਗਾ ਗਿਫਟ ਏਡ, ਉਹਨੂੰ ਕਹਿੰਦੀ ਸਰਕਾਰ। ਜੇ ਤੁਸੀਂ ਕੰਮ ਕਰਦੇ, ਜੇ ਸਾਨੂੰ ਤੁਸੀਂ 100 ਪਾਉਂਡ ਦਓਗੇ, ਜੇ ਤੁਸੀਂ ਕੰਮ ਕਰਦੇ ਤੇ ਗੌਰਮੈਂਟ ਸਾਨੂੰ 25 ਪਾਉਂਡ ਫ੍ਰੀ ਦਿੰਦੀ, 25% ਫ੍ਰੀ ਦਿੰਦੀ ਆ। ਅੱਛਾ, ਜੇ ਤੁਸੀਂ ਫੋਰਮ ਭਰਦੇ ਆ। ਜੇ ਸਾਨੂੰ ਤੁਸੀਂ 1000 ਪਾਉਂਡ ਦੋਗੇ, 250 ਪਾਉਂਡ ਸਾਨੂੰ ਗੌਰਮੈਂਟ ਫ੍ਰੀ ਦਿੰਦੀ ਆ। ਭਈ ਤੁਹਾਨੂੰ ਸ਼ਾਬਾਸ਼, ਤੁਸੀਂ ਡੋਨੇਟ ਕਰਦੇ ਚੈਰਿਟੀ ਨੂੰ। ਉਹ ਅਸੀਂ ਗਿਫਟ, ਸਾਡੀ ਜਿਹੜੀ ਭਈ ਕਹਿ ਲਓ ਸੈਲਰੀਜ਼ ਆ ਜਾਂ ਐਕਸਪੈਂਸਿਸ ਮੋਸਟਲੀ 90% ਬਿਲਕੁਲ ਗਿਫਟ, ਗੌਰਮੈਂਟ ਦੀ ਜਿਹੜੀ ਗਿਫਟ ਨਾਲ ਕਵਰ ਹੋ ਜਾਂਦੀ ਆ। ਓਕੇ। ਕਿਉਂਕਿ ਉਹਦਾ ਫਿਰ ਡਾਇਰੈਕਟ ਡੋਨੇਸ਼ਨ ਦਾ ਇੰਨਾ ਥੋੜਾ ਬਹੁਤ ਹੀ 10% ਹੀ ਰਹਿ ਜਾਂਦਾ। ਬਾਕੀ ਮੈਜੋਰਿਟੀ ਤਾਂ ਮੇਰਾ ਖਿਆਲ 10 ਜਾਂ 20% ਮੈਜੋਰਿਟੀ ਦਾ ਜਿਹੜੀ ਗਿਫਟਡ ਕਵਰ ਕਰਦੀ। ਗਿਫਟਡ ਸੰਗਤ ਜੋ ਟਿਕ ਕਰ ਦਿੰਦੀ ਆ, ਉਹ ਆਟੋਮੈਟਿਕਲੀ ਫਿਰ ਡੋਨੇਸ਼ਨ ਗੌਰਮੈਂਟ ਐਡ ਕਰ ਦਿੰਦੀ ਆ। ਸੋ ਇਹਦੇ ਵਿੱਚ ਬਹੁਤ ਚੰਗਾ ਸਿਸਟਮ ਆ। ਜੇ ਤੁਸੀਂ 1 ਲੱਖ ਪਾਉਂਡ ਦਓਗੇ ਤੇ ਤੁਹਾਡੇ ਵਿੱਚੋਂ ਕਹਿ ਲਓ ਭਈ 25,000 ਪਾਉਂਡ ਤੁਹਾਨੂੰ ਗੌਰਮੈਂਟ ਦੇਊਗੀ ਫ੍ਰੀ। ਇੰਨੀ ਜੈਨਰੋਸਿਟੀ ਆ। ਸੋ ਉਹ ਗਿਫਟਡ ਦੇ ਉੱਪਰ ਬਹੁਤ ਕੁਛ ਚੱਲੀ ਜਾਂਦਾ। ਹਰ ਇੱਕ ਚੈਰਿਟੀ ਰਜਿਸਟਰਡ ਆ, ਉਹਨੂੰ ਗਿਫਟਡ ਮਿਲਦੀ ਆ। ਉਹ ਗਿਫਟਡ ਨਾਲ ਸਾਰਾ ਕੁਝ ਚਲਾ ਸਕਦੇ ਆ ਤੇ ਉਹ ਚਲਾ ਵੀ ਰਹੇ ਆ। ਸੋ ਇਸ ਵੇਲੇ ਹਾਂਜੀ, ਸੌਰੀ ਮੈਂ ਤੁਹਾਡੀ ਗੱਲ ਕੱਟਤੀ। ਇਸ ਵੇਲੇ ਆਪਣੇ ਨਾਲ ਇਸ ਤਰ੍ਹਾਂ ਪੇਡ EMPLOYEES ਕਿੰਨੇ ਕੁ ਨੇ ਜੇ ਆਪਾਂ ਨੰਬਰ ਦੇਖਣੇ ਹੋਣ ਤਾਂ? ਨਹੀਂ, ਇੰਡੀਆ ਦੇ ਵਿੱਚ ਮੇਰੇ ਕੋਲ ਹੁਣੇ ਸਾਡੇ ਆਫਿਸ ਦੇ ਸਕੂਲ ਸਟਾਫ ਛੱਡ ਕੇ ਉਹ ਸੈਪਰੇਟ ਪੈ ਜਾਂਦੇ, ਕਿਉਂਕਿ ਉਹ ਸੈਪਰੇਟ ਜਿਹੜੇ ਹੈਡ ਆਫਿਸ ਦੇ ਵਿੱਚ 8 ਜਾਂ 9 ਸਾਡੇ ਪੇਡ ਬੰਦੇ ਆਫਿਸ ਦੇ ਹੈਡ ਆਫਿਸ ਵਿੱਚ ਆ ਉੱਥੇ ਇੰਡੀਆ ਦੇ ਵਿੱਚ। ਤੇ UK ਵਿੱਚ ਸਾਡੇ ਹੋਣੇ ਚਾਹੀਦੇ 8-9 ਵੀ, ਇਸ ਵੇਲੇ ਸਾਡੇ ਕੋਲ 5 ਗਿਆ, ਕਿਉਂਕਿ ਸਾਡੇ ਭਈ ਸਟਾਫ ਕੱਟ ਬੈਕ ਹੋ ਗਏ ਸੀਗੇ ਕੋਵਿਡ ਕਰਕੇ। ਜਿਹੜੇ ਏਡ ਵਰਕਰਸ ਉਹ ਮੁੜ ਕੇ EMPLOY ਕਰ ਰਹੇ ਆ। ਇਹ ਕੈਨੇਡਾ ਅਮਰੀਕਾ ਵਿੱਚ ਕੋਈ EMPLOY ਨੀਗਾ, ਸਾਰੇ ਜਿੱਦਾਂ ਇਸ ਵੇਲੇ ਵੋਲੰਟੀਅਰਸ ਆ ਉਹ ਹੌਲੀ ਸੈਟਅਪ ਹੋ ਰਹੇ ਆ। ਠੀਕ ਹੈ ਜੀ। ਤੇ ਇੱਕ ਸਟੇਜ ਆਊਗਾ ਉੱਥੇ ਵੀ ਵੋਲੰਟੀਅਰ, ਉੱਥੇ ਵੀ ਬੰਦਾ ਕੋਈ ਪਰਮਾਨੈਂਟ ਚਾਹੀਦਾ ਇਕੱਲੇ ਦੇਸ਼ 'ਚ, ਜੇ ਸਾਰਾ ਮੈਨੇਜ ਕਰਨ ਨੂੰ, ਅਕਾਊਂਟਸ ਹੈਂਡਲ ਕਰਨਾ, ਦਿਨ ਖਰਚਾ ਕਿੱਦਾਂ ਕਿੱਥੇ ਆ ਰਿਹਾ, ਕੀ ਕਰਨਾ ਡੇਲੀ, ਜਿੱਦਾਂ ਪਈ ਵਰਕਿੰਗ, ਉਹ ਬਹੁਤ ਜ਼ਰੂਰੀ ਆ। ਉਹ ਅਸੀਂ ਹੌਲੀ ਇੰਪਲੀਮੈਂਟ ਕਰਾਂਗੇ। ਰਾਈਟ। ਅੱਛਾ ਰਵੀ ਸਿੰਘ ਜੀ, ਆਪਣੇ ਜਦੋਂ ਦੇਖਦੇ ਹਾਂ ਤੁਹਾਡੀ ਜਦੋਂ ਖਾਸ ਤੌਰ 'ਤੇ ਸਪੀਚਿਸ ਸੁਣੀ ਦੀਆਂ ਤੁਹਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਇੰਟਰਵਿਊਜ਼ ਦੇ ਵਿੱਚ, ਤਾਂ ਕਈ ਵਾਰ ਲੋਕ ਕਹਿੰਦੇ ਨੇ ਕਿ ਯਾਰ ਖਾਲਸਾ ਜੀ ਬੜੇ ਕਈ ਵਾਰੀ ਗਰਮ ਹੋ ਜਾਂਦੇ ਨੇ। ਸੁਭਾਅ ਤੁਹਾਡਾ ਵੈਸੇ ਬੜਾ ਸ਼ਾਂਤ ਹੈ, ਪਰ ਜਦੋਂ ਸਟੇਟਮੈਂਟ ਦਿੰਦੇ ਹੋ ਕਾਫੀ ਟਫ ਸਟੇਟਮੈਂਟ ਦੇ ਜਾਂਦੇ ਹੋ ਕਈ ਦਫਾ। ਦੱਸੋ ਥੋੜਾ ਜਿਹਾ ਇਹਦੇ ਬਾਰੇ। ਨਹੀਂ, ਇਹ ਤੋਂ ਪਹਿਲਾਂ ਵੀ ਪ੍ਰੋਬਲਮ ਇਹ ਆ ਜਾਂਦੀ ਆ ਵੀ ਇੱਕ ਹੋਰ ਜ਼ਿੰਦਗੀ ਹੁੰਦੀ ਸੀ ਪਹਿਲਾਂ ਇੱਥੇ ਖਾਲਸਾ ਆਉਣ ਤੋਂ ਪਹਿਲਾਂ, ਪਰ ਉਹਦੇ ਵਿੱਚ ਜਿਹੜਾ ਗੁੱਸਾ ਮੜ ਜਾ ਰਹਿ ਗਿਆ ਵਿੱਚੋਂ। ਉਹ ਤਾਂ ਉਹ ਤਾਂ ਤੁਹਾਨੂੰ ਪਤਾ ਪੰਜਾਬੀਆਂ ਦਾ ਗੁੱਸਾ ਉਹ ਤਾਂ ਰਹਿ ਜਾਂਦਾ, ਜੋ ਮਰਜ਼ੀ ਕਰ ਲਓ। ਅਸੀਂ ਇੱਕ ਗੱਲ ਸਾਡੇ ਵਿੱਚ ਹੈਗੀ ਆ, ਅਸੀਂ ਆਪਣੀ ਟੋਨ ਨਹੀਂ ਬਦਲੇ। ਇਹ ਨਹੀਂ ਵੀ ਤੁਹਾਡੇ ਕੋਲ ਆ ਮੈਂ ਆ ਕੇ ਪੈਸੇ ਮੰਗੂਗਾ ਤੇ ਹੱਥ ਜੋੜ ਕੇ ਮੈਂ ਕੋਈ ਮਿੱਠਾ ਬਣ ਜਾਣਾ। ਸਾਡੇ ਵਿੱਚ ਵੀ ਜਿੱਦਾਂ ਅਸੀਂ ਵੀ ਬਹੁਤ ਕੌੜੇ ਆ, ਅਸੀਂ ਕੋਈ ਲੁਕੋ ਨਹੀਂ ਇਹਦੇ ਵਿੱਚ, ਕਿ ਗੁੱਸਾ ਵੀ ਆਉਂਦਾ ਆ, ਅਸੀਂ ਇਨਸਾਨ ਆ। ਤੇ ਜਿਹੜੇ ਭਈ ਅਸੀਂ ਸਾਡੇ ਜਿਹੜੇ ਭਈ ਪੰਜਾਬ ਦਾ ਮਸਲਾ ਹੋਵੇ, ਕੋਈ ਕੌਮ ਦਾ ਮਸਲਾ ਹੋਵੇ, ਤੇ ਉਹਦੇ ਵਿੱਚ ਜੋਸ਼ ਤਾਂ ਆਉਣਾ ਆਟੋਮੈਟਿਕ ਹੀ ਆ, ਕਿਉਂਕਿ ਕਈ ਵਾਰੀ ਦੇਖਦੇ ਕਈ ਚੀਜ਼ਾਂ ਜਿਹੜੇ ਦੇਖ ਕੇ ਭਈ ਤੁਹਾਨੂੰ ਜੋਸ਼ ਚੜ ਜਾਂਦਾ ਭਈ ਕਿਉਂ ਹੋ ਰਹੀਆਂ ਚੀਜ਼ਾਂ ਇਹ। ਪਰ ਅਸੀਂ ਕਿਸੇ ਨੂੰ ਮਾੜਾ ਨਹੀਂ ਬੋਲਿਆ, ਗਾਲਾਂ ਨਹੀਂ ਕੱਢੀਆਂ, ਗੰਦਮਾਨ ਨਹੀਂ ਬੋਲਦੇ। ਅਸੀਂ ਬਸ ਇੱਕ ਫੈਕਟ ਜਿਹੜੇ ਹੁੰਦੇ ਫੈਕਟ ਪ੍ਰੈਜ਼ੈਂਟ ਕਰਦੇ ਹਾਂ ਆਪਣੇ ਵੱਲੋਂ। ਉਹ ਜਿਹੜੇ ਅਸੀਂ ਹਰ ਵਾਰੀ ਕਹਿੰਦੇ ਤੁਸੀਂ ਦੁਨੀਆ ਦਾ ਇਹ ਸਿਸਟਮ ਪੜ੍ਹੋ, ਲਿਖੋ, ਵੀ ਕੀ ਹੋ ਰਿਹਾ, ਰਿਸਰਚ ਕਰੋ। ਸੋ ਜਦੋਂ ਵੀ ਆਪਣੇ ਤੁਸੀਂ ਕੌਮ ਦੀ ਗੱਲ ਕਰਨੀ ਪੰਜਾਬ ਦੀ, ਫਿਰ ਤਾਂ ਗੁੱਸਾ ਤਾਂ ਕਈ ਵਾਰੀ ਆ ਜਾਂਦਾ ਵਿੱਚ ਵੀ ਗਰਮ ਹੋਣਾ ਪੈਂਦਾ ਹੀ ਆ, ਕਿਉਂਕਿ ਅਸੀਂ ਕੀ ਕਰੀਏ ਵੀ ਅਸੀਂ ਥੋੜਾ ਵੀ ਹੱਥ ਜੋੜ ਕੇ ਬਹਿਣਾ। ਹੁਣ ਜੇ ਤੁਹਾਡੇ ਹੱਥ ਭਾਰੇ ਨਹੀਂ ਗਏ ਤਾਂ ਤੁਸੀਂ ਕੋਈ ਚੀਜ਼ ਬਦਲ ਨਹੀਂ ਸਕਦੇ। ਸੋ ਸਾਡੇ ਵਿੱਚ ਇਹ ਹੈਗਾ, ਬਿਲਕੁਲ ਅਸੀਂ ਮੰਨਦੇ ਵੀ ਅਸੀਂ ਨਾ ਕੋਈ ਸੰਤ ਬਾਬੇ ਨਾ ਕੁਛ ਹੋਰ, ਅਸੀਂ ਸਿੱਧੇ ਤੁਹਾਡੇ ਵਰਗੇ ਹੀ ਹਾਂ। ਅਸੀਂ ਕੌਫੀ ਦਾ ਕੱਪ ਪੀ ਲਿਆ, ਰੋਟੀ ਪ੍ਰਸ਼ਾਦਾ ਛਕ ਲਿਆ,
ਤੇ ਜੋ ਮਨ ਚ ਆ ਗਿਆ ਕਹਿਤਾ। ਸਾਡੇ ਵਿੱਚ ਇਹ ਨਹੀਂ ਵੀ ਲੁਕੋ ਕੇ ਗੱਲ ਕਰਨੀ ਜਾਂ ਕਿਸੇ ਦੇ ਪਿੱਠ ਛੁਰੀਆਂ ਮਾਰਨੀਆਂ, ਅਸੀਂ ਤਾਂ ਸਿੱਧੀ ਗੱਲ ਕਰਦੇ ਹਾਂ। ਸੋ ਉਹ ਵੀ ਪਿਆਰ ਕਰਕੇ, ਕਿਉਂਕਿ ਪੰਜਾਬ ਨਾਲ ਪਿਆਰ ਆ, ਪੰਥ ਨਾਲ ਪਿਆਰ ਆ, ਆਪਣੀ ਕੌਮ ਨਾਲ ਪਿਆਰ ਆ, ਇਨਸਾਨੀਅਤ ਨਾਲ ਪਿਆਰ ਆ, ਉਹਦੇ ਕਰਕੇ ਮੜ ਜਾ ਗੁੱਸਾ ਆ ਜਾਂਦਾ ਕਈ ਵਾਰੀ। ਅੱਛਾ ਰਵੀ ਸਿੰਘ ਜੀ, ਕਦੀ ਇਸ ਤਰ੍ਹਾਂ ਦਾ ਵੀ ਹੋਇਆ ਕਿ ਲੋਕਾਂ ਨੇ ਕਿਹਾ ਹੋਵੇ ਜਾਂ ਟੈਗ ਲੱਗੇ ਹੋਣ ਤੁਹਾਨੂੰ ਵੀ ਕਿ ਰਵੀ ਸਿੰਘ ਜੀ ਕਿਤੇ ਤੁਹਾਡਾ ਕੋਈ ਪੋਲੀਟੀਕਲ ਐਂਬੀਸ਼ਨਸ ਤਾਂ ਨਹੀਂ ਹੈ ਇਹ ਸਾਰੇ ਕਾਸੇ ਦੇ ਪਿੱਛੇ? ਮੈਨੂੰ ਤਾਂ ਮੇਰੇ ਖਿਆਲ ਆਪਣੇ ਜਿਹੜੇ ਕਈ ਹੈਗੇ, ਕਈ ਵਾਰੀ ਲੀਡਰ ਸਾਨੂੰ ਕਈ ਕਹਿੰਦੇ ਇੱਕ ਪਾਸੇ ਸਾਨੂੰ, ਮੈਂ ਤੁਹਾਨੂੰ ਸਮਝਾਉਣਾ ਗੱਲ, ਇੱਕ ਸਾਨੂੰ ਹੁਣ ਜਿਹੜਾ ਇੰਡੀਆ ਮੀਡੀਆ ਨੇ ਅਟੈਕ ਕੀਤਾ ਨਾ, ਇਹ ਲੋਕਾਂ ਨੂੰ ਦੁੱਖ ਲੱਗਾ, ਬਹੁਤ ਵਧੀਆ ਦੁੱਖ ਲੱਗਾ, ਕਿਉਂਕਿ ਲਾਮਬੰਦ ਹੋ ਗਿਆ, ਨਹੀਂ ਚੰਗਾ ਹੋਇਆ ਦੁੱਖ ਲੱਗਾ, ਕਿਉਂਕਿ ਅਸਲੀਅਤ ਲੱਗ ਗਿਆ ਪਤਾ ਜਿਹੜੀ ਨਾ ਇੰਡੀਅਨ ਮੀਡੀਆ ਦੀ। ਉਹ ਤਾਂ ਕਿਉਂਕਿ ਕੋਈ ਚੀਜ਼ ਦੇਖ ਕੇ ਤਾਂ ਸਾਨੂੰ ਗੁੱਸਾ ਆਉਂਦਾ, ਪਰ ਜਿਹੜੇ ਸਾਡਾ ਯੂਕੇ 'ਚ ਮੀਡੀਆ ਆ ਜਿਹੜੇ ਸਾਨੂੰ ਬਲੌਕ ਕੀਤਾ, ਸਾਡਾ ਸਿੱਖ ਮੀਡੀਆ ਨੇ ਖਾਲਸਾ ਏਡ ਨੂੰ ਬਲੌਕ ਕੀਤਾ 6-7 ਸਾਲ। ਸਾਨੂੰ 1-2 ਰੇਡੀਓ ਸਟੇਸ਼ਨ ਆ ਆਉਣ ਨਹੀਂ ਦਿੰਦੇ, 3-4 ਸਾਡੇ ਸਿੱਖਾਂ ਦੇ ਸਟੇਸ਼ਨ ਆ, ਸਾਨੂੰ ਬੈਨ ਕੀਤਾ ਰਵੀ ਸਿੰਘ ਨੂੰ, ਖਾਲਸਾ ਏਡ ਨੂੰ। ਹੁਣ ਜੇ ਮੈਂ ਉਧਰ ਉਂਗਲ ਉਠਾਵਾਂ ਗੋਦੀ ਮੀਡੀਆ ਵੱਲ ਤੇ ਆਪਣੇ ਘੱਟ ਆ, ਆਪਣੇ ਵੀ ਨਹੀਂ ਘੱਟ। ਸੋ ਕੀ ਕਾਰਨ? ਅਸੀਂ ਕਿੱਦਾਂ ਕਹਿ ਸਕਦੇ ਜਿਹੜੀ ਜੈਲਸੀ ਆ ਕਾਰਨ। ਅੱਛਾ ਜੀ, ਤੇ ਰਵੀ ਸਿੰਘ ਆ ਗਿਆ ਤੇ ਮੈਂ ਗੱਲ ਕਰਤੀ ਸਟੇਸ਼ਨ ਤੇ ਕੋਈ 10 ਪਾਉਂਡ ਦੇ ਦੂਗਾ, ਉਹ ਕਹਿੰਦੇ ਸਾਨੂੰ ਵਿੱਚੋਂ ਹਿੱਸਾ ਦਿਓ ਇਹਦਾ, ਉਹ ਢਿੱਡ ਨਹੀਂ ਭਰਦਾ ਉਹਨਾਂ ਦਾ। ਅਸੀਂ ਅਪੀਲ ਨਹੀਂ ਕਦੀ ਕਰਦੇ, ਅਸੀਂ ਅੱਜ ਕੱਲ ਅਪੀਲ ਕੀਤੀ ਨਹੀਂ, ਤੁਸੀਂ ਦੇਖਿਆ ਕਦੀ ਅਪੀਲ, ਸਾਨੂੰ ਪੈਸੇ ਦੇਵੋ, ਕੋਈ ਸੰਗਤ ਦੇਈ ਜਾਂਦੀ ਆ। ਉਹ ਜਿਹੜੇ ਭਈ ਅਪੀਲ ਕਰਦੇ ਰੋਜ਼, ਉਹਨੂੰ ਬੜਾ ਡਰ ਹੁੰਦਾ ਭਈ ਰਵੀ ਸਿੰਘ ਆ ਗਿਆ ਤੇ ਸ਼ਾਇਦ ਉਹ ਜਿਹੜਾ ਸਾਨੂੰ ਕੋਈ 5 ਪਾਉਂਡ ਦੇਊਗਾ ਇਹਨਾਂ ਨੂੰ 5 ਪਾਉਂਡ ਦੇ ਦਊਗਾ, ਉਹ ਜੈਲਸੀ ਹੋ ਗਈ। ਅਸੀਂ ਇਹ ਤੋਂ ਨਹੀਂ ਹੱਦ ਤੱਕ ਮੂਵ ਹੋਏ, ਅਸੀਂ ਕਹਿੰਦੇ ਅਸੀਂ ਦੁਨੀਆ ਬਦਲਣੀ ਆ, ਪਰ ਅਸੀਂ ਆਪਣੇ ਆਪ ਨੂੰ ਕਿੱਦਾਂ ਬਦਲੀਏ। ਅੱਛਾ, ਜਿਹੜੀ ਮੈਂ ਕਿੱਦਾਂ ਕਹਾਂ ਭਈ, ਸੌਰੀ ਕਰੋ। ਹਾਂਜੀ ਸੌਰੀ, ਮੈਨੂੰ ਪਤਾ ਤੁਹਾਡੇ ਕੋਲ ਸਮਾਂ ਥੋੜਾ ਸੀਮਤ ਹੈ, ਸੋ ਮੈਂ ਚਾਹੁੰਦਾ ਸੀ ਆਪਾਂ ਕੁਝ ਇੱਕ ਕਾਲਸ ਵੀ ਲਵਾਂਗੇ ਨਾਲ, ਜੇਕਰ ਸਾਡੇ ਸੁਣਨ ਵਾਲਿਆਂ ਦੇ ਵੀ ਕੋਈ ਸਵਾਲ ਹੋਏ। 905-601-1350-200 ਸਾਡੇ ਸਟੂਡੀਓ ਦੇ ਨੰਬਰ ਨੇ, ਤੁਸੀਂ ਕਾਲ ਕਰ ਸਕਦੇ ਹੋ। ਆਪਾਂ 2-3 ਕਾਲਸ ਵੀ ਆਨ ਏਅਰ ਲੈ ਲੈਣੀਆਂ ਤੇ ਨਾਲ ਦੀ ਨਾਲ ਹੁਣ ਆਪਾਂ ਪੰਜਾਬ ਦੇ ਵਿੱਚ ਜਾਂ ਫਿਰ ਇੰਡੀਆ ਦੇ ਵਿੱਚ ਜਿਹੜਾ ਇਸ ਵੇਲੇ ਕਿਸਾਨੀ ਅੰਦੋਲਨ ਚੱਲ ਰਿਹਾ ਰਵੀ ਸਿੰਘ ਜੀ, ਉੱਥੇ ਦੀ ਜਿਹੜੀ ਵੱਡੀ ਭੂਮਿਕਾ ਔਰ ਜਿਹਦੇ ਕਾਰਨ ਇੰਡੀਅਨ ਮੀਡੀਆ ਨੂੰ ਜਾਂ ਫਿਰ ਅਲੱਗ-ਅਲੱਗ ਤਰੀਕੇ ਦੇ ਨਾਲ ਕੁਝ ਸੰਸਥਾਵਾਂ ਨੂੰ ਤੁਹਾਨੂੰ ਅਟੈਕ ਕਰਨ ਦੀ ਨੌਬਤ ਆ ਗਈ। ਦੱਸੋ ਪਹਿਲਾਂ ਤਾਂ ਕਿਵੇਂ ਤੁਸੀਂ ਇਹ ਪਲਾਨ ਕੀਤਾ ਜੀ ਉੱਥੇ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚਣ ਦਾ, ਤੇ ਕਦੋਂ ਉੱਥੇ ਆਪਣੀ ਜਿਹੜੀ ਟੀਮ ਹੈ ਉਹ ਕੰਮ ਕਰ ਰਹੀ ਹੈ? ਹਾਂਜੀ, ਪਹਿਲਾਂ ਤਾਂ ਗੱਲ ਇਹ, ਜਦੋਂ ਭਈ ਕਈ ਵਾਰ ਦੇਖਿਆ ਭਈ ਖਾਲਸਾ ਦੀ ਇੰਡੀਆ ਟੀਮ ਭਾਈ ਅਮਰਪ੍ਰੀਤ ਸਿੰਘ ਜਿਹੜੇ ਲੀਡ ਕਰ ਰਹੇ ਆ ਸਾਰੇ ਆਪਰੇਸ਼ਨ ਭਈ ਦਿੱਲੀ ਆ, ਪਰ ਨਹੀਂ, ਉਹਨਾਂ ਨੇ ਪਹਿਲਾਂ ਅਗਸਤ ਤੇ ਲੇਟ ਤੱਕ ਸਤੰਬਰ ਤੋਂ ਸ਼ੁਰੂ ਸੀਗਾ, 3-4 ਥਾਂ ਤੇ ਲੰਗਰ ਚੱਲਦੇ ਸੀਗੇ ਜਦੋਂ ਪੰਜਾਬ 'ਚ ਧਰਨੇ ਲੱਗੇ ਸੀਗੇ। ਤੇ ਸਾਨੂੰ ਜਿੱਦਾਂ ਲੱਖਾ ਸਿਧਾਣਾ ਜਾਂ ਦੀਪ ਸਿਧੂਣੀ, ਜਿੱਥੇ ਦੀਪ ਸਿਧੂਣਾ ਨੇ ਧਰਨੇ ਲਾਏ ਸੀ ਉਸ ਵੇਲੇ ਨੌਜਵਾਨਾਂ ਦੀ ਇਨਫੋਰਮੇਸ਼ਨ ਲਈ, ਉੱਥੇ ਵੀ ਲੰਗਰ ਚੱਲਦਾ ਸਤੰਬਰ ਤੋਂ ਪਹਿਲਾਂ, ਇਹ ਨਹੀਂ ਭਈ ਹੁਣੇ ਹੀ ਚੱਲਿਆ। ਉਹ ਜਦੋਂ ਸੰਗਤ ਦਿੱਲੀ ਵੱਲ ਨਾਲ, ਉਦੋਂ ਭਾਈ ਅਮਰਪ੍ਰੀਤ ਨਾਲ ਗੱਲ ਹੋਈ ਸੀਗੀ ਭਈ ਹੁਣ ਤਾਂ ਇਹ ਮੋਬਾਈਲ ਹੋ ਗਿਆ ਸੰਗਤ, ਪਰ ਸਾਨੂੰ ਪਤਾ ਨਹੀਂ ਸੀ ਕਿੱਥੇ ਰੁਕਣਾ। ਤਾਂ ਜਦੋਂ ਇੱਥੇ ਸਿੰਘੂ ਬਾਰਡਰ ਤੇ ਜਾਂ ਟਿਕਰੀ ਬਾਰਡਰ ਤੇ ਜਾਂ ਹੋਰ ਬਾਰਡਰ ਰੁਕ ਗਏ, ਫਿਰ ਅਮਰਪ੍ਰੀਤ ਹੁਣਾਂ ਨੇ ਸਾਰਾ ਪਲੈਨਿੰਗ ਕਰਕੇ ਇਹ ਸਾਰਾ ਕੰਮ ਚੱਕਿਆ ਇੰਡੀਆ ਟੀਮ ਨੇ, ਅਮਰਪ੍ਰੀਤ ਸਿੰਘ ਹੁਣਾਂ ਨੇ ਸਾਰਾ ਪਲੈਨਿੰਗ ਕਰਕੇ ਆਪਣੇ ਸੇਵਾਦਾਰਾਂ ਨਾਲ। ਸੋ ਜਿੱਦਾਂ ਹੁਣ ਉੱਥੇ ਹੋਰ ਵੀ ਗਰੁੱਪ ਕਿੰਨੇ ਹੈਗੇ ਆ, ਦੁਨੀਆ ਦੇ ਆਇਓ ਆ, ਲੋਕਲ ਆਇਓ ਆ, ਤੇ ਪਿੰਡਾਂ ਤੋਂ ਆਏ ਲੋਕ ਸੇਵਾ ਕਰਦੇ, ਪ੍ਰਸ਼ਾਦੇ ਬਣਾਉਂਦੇ ਆ, ਸਫਾਈ ਕਰਦੇ ਆ, ਸ਼ਹਿਰਾਂ ਤੋਂ ਆਏ ਕਰਦੇ, ਉੱਥੇ ਹਰ ਤਰ੍ਹਾਂ ਦੇ ਗਰੁੱਪ, ਹਰ ਤਰ੍ਹਾਂ ਦੇ ਇਨਸਾਨ ਜਾ ਕੇ ਸੇਵਾ ਕਰਦੇ। ਇਕੱਲੇ ਖਾਲਸਾ ਏਡ ਨਹੀਂ ਗੀ, ਖਾਲਸਾ ਏਡ ਇੱਕ ਹਿੱਸਾ ਆ ਖਾਲਸਾ ਏਡ ਉੱਥੇ ਸੇਵਾ ਦਾ, ਪਰ ਇਹਦੇ ਵਿੱਚ ਬਹੁਤ ਹੋਰ ਵੀ ਜਥੇਬੰਦੀਆਂ ਹੈਗੀਆਂ, ਅਸੀਂ ਉਹਨਾਂ ਨੂੰ ਵੀ ਸ਼ਾਬਾਸ਼ ਕਹਿੰਦੇ ਹਾਂ। ਮੈਂ ਘੜੀ ਕਹਿੰਦਾ ਰਹਿੰਦਾ ਆਪਣੀ ਇੰਸਟਾਗ੍ਰਾਮ ਤੇ ਫੇਸਬੁੱਕ, ਜਿਹੜੀ ਸੇਵਾ ਕਰ ਰਹੀ ਜਥੇ ਉਹਦਾ ਨਾਂ ਲਵੋ, ਉਹਨੂੰ ਸਾਨੂੰ ਦੱਸੋ, ਟੈਗ ਕਰੋ, ਅਸੀਂ ਉਹ ਥੈਂਕ ਯੂ ਕਰੀਏ। ਕਿਉਂਕਿ ਇਹ ਨਹੀਂ ਪਈ ਮੈਂ ਚਾਹੁੰਦਾ ਪਈ ਇਕੱਲਾ ਬਸ ਖਾਲਸਾ ਨੇ ਸ਼ਾਬਾਸ਼ ਦੇਈ ਆ ਤੇ ਬਾਕੀ ਇੰਨੀ ਮਿਹਨਤ ਕਰਦੇ, ਜਿਹੜਾ ਕਿੰਨੇ ਸੁਣਿਆ ਨਹੀਂ, ਫੋਟੋ ਵੀ ਨਹੀਂ ਖਿੱਚੀ ਕਿਸੇ ਦੀ, ਉਹਨੂੰ ਤੁਸੀਂ ਐਕਨੋਲੇਜ ਕਰੋ। ਅੱਛਾ, ਸਾਡੇ ਵੱਲੋਂ ਤਾਂ ਚੜ੍ਹਦੀ ਕਲਾ ਸੇਵਾ ਚੱਲ ਰਹੀ ਹੈ। ਅੱਛਾ, ਇਸ ਤੋਂ ਪਹਿਲਾਂ ਕਿ ਆਪਾਂ ਹੁਣ ਕਾਲਸ ਲਈਏ, ਮੈਂ ਇੱਕ ਸਵਾਲ ਅਸੀਂ ਪਿਛਲੇ ਦਿਨੀ ਡਿਸਕਸ ਕਰਦੇ ਸੀ ਕਿ ਖਾਲਸਾ ਏਡ ਇੱਕ ਜਿੱਥੇ ਆਪਾਂ ਗੱਲ ਕਰਦੇ ਹੁੰਦੇ ਆ ਕਿ ਜਦੋਂ ਕੋਈ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਜਾਂਦੀ ਹੈ, ਉਹਦਾ ਇੱਕ ਮਿਸ਼ਨ, ਇੱਕ ਵਿਜ਼ਨ ਲੈ ਕੇ ਚੱਲਦੇ ਆ। ਸੋ ਖਾਲਸਾ ਏਡ ਨੂੰ ਪਹਿਲਾਂ ਆਈਡੀਆ ਸੀ ਤੁਸੀਂ ਜਾਂ ਤੁਹਾਡੀ ਟੀਮ ਨੂੰ ਕਿ ਅਸੀਂ ਜਿਸ ਲੈਵਲ ਤੱਕ ਇਹਨੂੰ ਹੁਣ ਤੱਕ ਲੈ ਕੇ ਆਏ ਹਾਂ, ਇਹ ਪਲੈਨਿੰਗ ਦੇ ਅਕੋਰਡਿੰਗਲੀ ਚੱਲ ਰਿਹਾ ਜਾਂ ਪਲੈਨਿੰਗ ਤੋਂ ਤੁਹਾਡੇ ਕੋਲ ਲੱਗਦਾ ਕਿ ਅਜੇ ਤੁਸੀਂ ਅਚੀਵ ਨਹੀਂ ਕੀਤਾ ਜੋ ਪਲਾਨ ਸੀ, ਕੋਈ ਐਨੂਅਲ ਬੇਸਿਸ ਤੇ ਜਾਂ ਈਅਰਲੀ ਜਾਂ 5 ਸਾਲ 10 ਸਾਲ ਦਾ ਜਿਹੜਾ ਕੋਈ ਪਲਾਨ ਕਰਦੇ ਹੋ, ਹੁਣ ਤੱਕ ਸੈਟੀਸਫਾਈਡ ਹੋ ਜੋ ਕਰ ਰਹੇ ਹੋ? ਸਾਡਾ ਪਹਿਲਾ ਪਲਾਨ ਸੀਗਾ ਭਈ ਅਸੀਂ 10 ਸਾਲ ਸੇਵਾ ਬਾਹਰ ਕਰਨੀ ਪੰਜਾਬ ਤੋਂ, ਇਹ ਪਹਿਲਾ ਪਲਾਨ ਬਣਾ ਲਿਆ। ਇਟ ਵਾਸ ਅੰਡਰ ਦ ਪਲਾਨ, ਇਹ ਪਲਾਨ ਸੀਗਾ 10 ਸਾਲ ਅਸੀਂ ਜਦੋਂ ਸ਼ੁਰੂ ਕੀਤੀ ਖਾਲਸਾ ਏਡ, ਕਿਉਂਕਿ ਤੁਹਾਨੂੰ ਮੈਂ ਪਹਿਲਾਂ ਸਮਝਾਇਆ, ਜਿਵੇਂ 19 ਤੁਹਾਡੀ ਕੋਲ ਆਉਂਦਾ 1999 ਵਿੱਚ
ਅਸੀਂ ਜਾ ਕੇ ਸ਼ਹੀਦ ਪਰਿਵਾਰਾਂ ਦੀ ਮਦਦ ਕਰਨੀ ਜਾਂ ਕੋਈ ਪਿੰਡ ਕੋਈ ਸੇਵਾ ਕਰਨੀ, ਕਹਿਣਾ ਹੋਰ ਠੱਗ ਆ ਗਏ। ਫਿਰ 10 ਸਾਲ ਬਾਅਦ ਧੱਕੇ ਖਾਦੇ, ਸਮਾਲੀਆ ਗਏ, ਕੋਂਗੋ ਗਏ, ਜਿੱਥੇ ਕੋਈ ਦੁਨੀਆ ਨੇ ਸੁਣਿਆ ਨਹੀਂ ਸੀਗਾ। ਸਿੱਖਾਂ ਦਾ ਅਸੀਂ ਵੀ ਨਹੀਂ ਸੁਣਿਆ ਕਿਹੜੇ ਦੇਸ਼ ਆ। ਉੱਥੇ ਜਾ ਕੇ ਵਿਸ਼ਵਾਸ ਬਣਾ ਕੇ, ਯਕੀਨ ਬਣਾ ਕੇ 10 ਸਾਲ ਅਸੀਂ ਬਾਹਰ ਜੜ੍ਹਾਂ ਬਣਾ ਕੇ ਪੰਜਾਬ ਬਣੇ ਭਈ ਸਾਡੀ ਉੱਥੇ ਇੱਕਦਮ ਪੰਜਾਬ ਬਣੇ ਸਾਡੀਆਂ ਜੜ੍ਹਾਂ ਇੱਕਦਮ ਪੱਟਦੇ ਕੋਈ। ਅਸੀਂ ਬਾਹਰ ਜਾ ਕੇ ਰੈਪੂਟੇਸ਼ਨ ਬਣਾ ਕੇ 10 ਸਾਲ ਸਾਡਾ ਪਲਾਨ ਸੀਗਾ, 10 ਸਾਲ ਸੇਵਾ ਕਰੇ ਪੰਜਾਬ। ਉਹ ਹੁਣ ਸਫਲਤਾ ਆ। ਜਿੱਥੇ ਵੀ ਅਸੀਂ ਚਾਹੁੰਦੇ ਸੀ ਸਟੇਜ 'ਤੇ ਪਹੁੰਚਣਾ, ਉਹ ਤੋਂ ਵੀ ਉੱਪਰ ਹੈ ਇਸ ਵੇਲੇ ਸਾਡੀ ਸੋਚ ਤੋਂ ਵੀ, ਕਿਉਂਕਿ ਸੰਗਤ ਦਾ ਪਿਆਰ ਬਹੁਤ ਆ। ਸੰਗਤਾਂ ਡੋਨੇਸ਼ਨ ਜੈਨਰਸਲੀ, ਬਹੁਤ ਪਿਆਰ ਦੇ ਨਾਲ, ਬਹੁਤ ਮਾਇਆ ਦੇ ਨਾਲ, ਤਨ ਮਨ ਧਨ ਦਾ ਵੀ ਸੇਵਾ ਚੱਲ ਰਹੀ ਆ। ਤੇ ਅਸੀਂ ਸੋਚਿਆ ਨਹੀਂ ਸੀਗਾ ਵੀ ਸੰਗਤ ਇੰਨਾ ਵੀ ਸਾਨੂੰ ਪਿਆਰ ਦਊਗੀ, ਇੰਨਾ ਸਪੋਰਟ ਦਊਗੀ। ਸੋਚਿਆ ਸੀਗਾ ਸਪੋਰਟ ਹੋਊਗਾ ਤੇ ਅਸੀਂ ਲੈਵਲ ਤੇ ਪਹੁੰਚਾਂਗੇ ਦੁਨੀਆ 'ਚ, ਪਰ ਇੰਨੇ ਲੈਵਲ ਤੇ ਨਹੀਂ। ਤੇ ਇਹਦੇ ਵਿੱਚ ਇੱਕ ਮੜ ਜਿਹਾ ਕੀ ਕਹਿੰਦੇ ਹੁੰਦੇ ਆ, ਮਿਸਟੇਕ ਮੈਂ ਆਪਣੀ ਪਰਸਨਲੀ ਸਮਝਦਾ ਆ, ਕਿਉਂਕਿ ਕਿਸੇ ਬੰਦੇ ਨੂੰ ਮੋਹਰੇ ਲੱਗਣਾ ਹੀ ਚਾਹੀਦਾ ਆਰਗੇਨਾਈਜੇਸ਼ਨ ਦੇ। ਹੁਣ ਮੇਰਾ ਨਾਂ ਲੱਗ ਗਿਆ ਮੋਹਰੇ ਖਾਲਸਾ ਏਡ ਦੇ, ਤੇ ਲੋਕ ਬਸ ਰਵੀ ਸਿੰਘ ਖਾਲਸਾ ਏਡ ਇੱਕ ਸਮਝਦੇ, ਇੱਕ ਨਹੀਂ ਗੇ। ਅਸੀਂ ਜੇ ਮੈਂ ਖਰਾਬ ਨਿਕਲਦਾ ਬੰਦਾ, ਮੈਂ ਤੁਹਾਡੇ ਪੈਸੇ ਖਾ ਜਾਣੇ ਸੀਗੇ, ਜੋ ਮਰਜ਼ੀ ਕਰਦਾ ਪ੍ਰਾਈਵੇਟਲੀ। ਇੱਕ ਬੰਦੇ ਨੂੰ ਤੁਸੀਂ ਫੋਲੋ ਨਾ ਕਦੀ ਕਰੋ। ਹੁਣ ਜੇ ਮੇਰੇ ਤੋਂ ਮਿਸਟੇਕ ਹੋ ਗਿਆ, ਸਾਡੇ ਕੋਲ ਮਿਸਟੇਕ ਹੋ ਗਿਆ, ਤੇ ਅਸੀਂ ਇੱਥੇ ਬੈਠੇ ਇੱਕ ਚਿਹਰਾ ਬਣ ਗਏ ਆ। ਇੱਕ ਬੰਦਾ ਕਾਲਟ ਜਿਹਾ ਬਣ ਜਾਂਦਾ। ਇੱਕ ਤੁਸੀਂ ਬੰਦੇ ਨੂੰ ਇਹਨਾਂ ਨਾਲ ਚੜਾਓ ਸਿਰ ਤੇ ਵੀ ਉਹ ਚੜ ਕੇ ਕਹਿ ਦੇਵੇ ਮੈਨੂੰ ਕੋਈ ਸਵਾਲ ਨਹੀਂ ਪੁੱਛ ਸਕਦੇ ਤੁਸੀਂ। ਇਹ ਜਿਹੜੀਆਂ ਸੰਸਥਾ ਸੰਗਤ ਦੀਆਂ ਆ, ਰਜਿਸਟਰਡ ਸੰਸਥਾ, ਸਾਰੇ ਸੇਵਾ ਕਰਨ ਆਏ ਸੀ, ਹੁਣ ਸਾਰੇ ਕੰਮ ਕਰ ਰਹੇ ਮੁੜ ਕੇ। ਸਾਡੀ ਲੀਡਰਸ਼ਿਪ ਸਾਰੀ ਦੁਨੀਆ 'ਚ ਆ। ਹਰ ਕੋਈ ਬੰਦਾ ਉਹਨਾਂ ਨੂੰ ਕੁਐਸਚਨ ਪੁੱਛ ਸਕਦਾ ਪੈਸੇ ਬਾਰੇ, ਡੋਨੇਸ਼ਨ ਬਾਰੇ। ਜੇ ਨਹੀਂ ਜਵਾਬ ਦਿੰਦੇ ਉਹ ਠੱਗ ਹੋਊਗੀ। ਅੱਛਾ, ਇਹ ਟਰਾਂਸਪੇਰੈਂਸੀ ਪੈਸੇ ਦੀ ਗੱਲ ਕੀਤੀ ਹੈ ਤੁਸੀਂ, ਕਿ ਉਹ ਤੁਸੀਂ ਬਹੁਤੀ ਵਾਰ ਮੈਂ ਦੇਖਿਆ ਕਿ ਤੁਸੀਂ ਪ੍ਰੋਜੈਕਟਸ ਦੀ ਜਿਹੜੀ ਟਰਾਂਸਪੇਰੈਂਸੀ ਇੰਨੀ ਰੱਖਦੇ ਹੋ ਕਿ ਆਪਣੀਆਂ ਵੈਬਸਾਈਟਸ ਦੇ ਉੱਪਰ ਟੋਟਲ ਨੰਬਰ ਆਫ ਕਿੰਨੀ ਡੋਨੇਸ਼ਨ ਹੋ ਗਈ ਹੈ, ਕਿੰਨੀ ਆਲਰੇਡੀ ਕੰਟਰੀਬਿਊਟ ਹੋ ਗਈ, ਤੇ ਕਿੰਨੀ ਅੱਗੇ ਸਪੈਂਡ ਕਰ ਦਿੱਤੀ ਗਈ ਹੈ। ਇਸ ਲੈਵਲ ਤੱਕ ਵੀ ਰੱਖਦੇ ਹੋ, ਇਹ ਪ੍ਰੋਜੈਕਟ ਵਾਈਜ਼ ਰੱਖਦੇ ਹੋ, ਜਾਂ ਪੂਰੇ ਦਾ ਪੂਰਾ ਆਪਣਾ ਖਾਤਾ ਜਿਹੜਾ ਜੀ ਉਹ ਪਬਲਿਕ ਓਪਨਲੀ ਪਬਲਿਕ ਦੇ ਲਈ ਓਪਨ ਹੈ? ਅਸੀਂ ਹਰ ਵਾਰੀ ਟਰਾਈ ਕਰਦੇ ਹਾਂ ਇੰਪਰੂਵ ਕਰਨ ਦੀ ਹਰ ਚੀਜ਼। ਹੁਣ ਪਿਛਲੇ ਸਾਲ ਇੱਕ ਇੱਥੇ ਪਹਿਲਾਂ ਸਾਡਾ ਮੁੰਡਾ ਹੁੰਦਾ ਸੀਗਾ, ਟਰਸਟੀ ਹੁੰਦਾ ਸੀਗਾ। ਤੇ ਉਹਦੀ ਪਹਿਲਾਂ ਸਾਡੀ ਇਹ ਰਿਪੋਰਟ ਸਾਡੀ ਬ੍ਰੇਕਡਾਊਨ ਹੁੰਦੀ ਸੀਗੀ ਟਰਸਟੀ। ਹੁਣ ਉਹ ਮੁੰਡਾ ਲਿਆਂਦਾ, ਉਹਦਾ ਬੈਕਗਰਾਉਂਡ ਹੈਗਾ ਆ ਏਦਾਂ ਦੇ ਕੰਮ ਤੇ, ਜਿੱਦਾਂ ਫਾਈਨੈਂਸ ਦੇ ਵਿੱਚ ਕੰਮ ਉਹਦਾ ਆ, ਕੰਸਲਟੈਂਟ, ਅਕਾਊਂਟਿੰਗ। ਕਾਫੀ ਨੌਜਵਾਨ ਮੁੰਡਾ ਤੇ ਕਾਫੀ ਪੜ੍ਹਿਆ ਲਿਖਿਆ। ਉਹਦੀ ਜੋਬ ਹੀ ਇਹ, ਉਹਨੂੰ ਅਸੀਂ ਜੋਬ ਦੇਤੀ ਹੁਣ ਇਹ ਫੁੱਲ ਟਾਈਮ। ਠੀਕ ਹੈ ਵੀ ਤੂੰ ਸਾਨੂੰ ਟਰਾਂਸਪੇਰੈਂਟ ਹੋਰ ਕਰ। ਸਾਨੂੰ ਹੁਣ ਕੱਲ ਨੂੰ ਚੱਲ ਗਿਆ ਦੁਨੀਆ ਛੱਡ ਕੇ, ਇਹਦਾ ਮਤਲਬ ਸਾਰੀ ਚੀਜ਼ ਡਿੱਗ ਪਈ। ਅਸੀਂ ਹੁਣ ਲਿਆਂਦਾ ਭਈ ਤੂੰ ਸਾਨੂੰ ਏਦਾਂ ਟਰਾਂਸਪੇਰੈਂਟ ਦਿਖਾਲ ਭਈ। ਅਸੀਂ 2-3 ਮਹੀਨੇ ਬਾਅਦ ਸਾਰੇ ਇੰਡੀਆ ਦੇ, UK ਦੇ, US ਦੇ ਅਕਾਊਂਟਸ ਦਾ ਚੱਲੀਏ, ਕੋਈ ਲੁਕੋਵਾ ਨਾ ਹੋਵੇ। ਇੰਡੀਪੈਂਡੈਂਟ ਆਡਿਟ ਹੋਣਾ ਸਾਰਿਆਂ ਦਾ, ਸਾਰੇ ਦੇਸ਼ਾਂ ਵਿੱਚ। ਉਹ ਸਿਸਟਮ ਬਣਾਉਣ ਲਈ ਮੁੰਡਾ ਲਿਆਂਦਾ ਆ ਭਈ ਸਾਨੂੰ ਹੋਰ ਟਰਾਂਸਪੇਰੈਂਟ ਕਰ, ਇੰਨਾ ਟਰਾਂਸਪੇਰੈਂਟ ਕਰ ਭਈ ਸਾਰੇ ਜਥੇਬੰਦੀਆਂ ਫੋਲੋ ਕਰਨ। ਐਗਜ਼ਾਮਪਲ, ਵੈਰੀ ਗੁੱਡ, ਕੋਈ ਨਾ ਪਿੱਛੇ ਰਹਿ ਜਾਏ, ਕੋਈ ਲੁਕੋਵਾ ਨਾ। ਕਿਉਂਕਿ ਜਦੋਂ ਪੈਸੇ ਦੀ ਗੱਲ ਕਰਦੇ ਸਾਰੇ ਚੁੱਪ ਹੋ ਜਾਂਦੇ ਆ। ਨਹੀਂ ਜੀ, ਪੈਸੇ ਦੀ ਗੱਲ ਕਿਉਂ ਨਹੀਂ ਕਰਨੀ? ਖੁੱਲੀ ਕਰੋ। ਜੇ ਤੁਸੀਂ ਖੁੱਲੀਆਂ ਅਪੀਲਾਂ ਕਰਦੇ ਰੋਜ਼, ਪਰ ਇਨਫੋਰਮੇਸ਼ਨ ਖੁੱਲੀ ਕਿਉਂ ਦੇ ਸਕਦੇ? ਉਹ ਅਸੀਂ ਇੱਕ ਸਿਸਟਮ ਬਣਾ ਰਹੇ। ਤੁਸੀਂ 3-4 ਮਹੀਨੇ ਨੂੰ ਦੇਖਿਓ, ਇਹ ਸਾਰਾ ਸਿਸਟਮ ਚੇਂਜ ਹੋ ਜਾਣਾ। ਇਹਦੇ ਵਿੱਚ ਹੋਰ ਵੀ ਟਰਾਂਸਪੇਰੈਂਸੀ ਆਣੀ, ਇਕੱਲੇ ਪ੍ਰੋਜੈਕਟ ਦੀ, ਇਕੱਲੇ ਪੈਸੇ ਦੀ, ਤੇ ਨਾਲੇ ਉਹ ਆਨਲਾਈਨ ਵੀ ਹੋਊਗਾ ਸਿਸਟਮ ਉਹ। ਵੈਰੀ ਗੁੱਡ। ਅੱਛਾ, ਆਪਣੇ ਨਾਲ ਇਸ ਵੇਲੇ ਕੁਝ ਕਾਲਰ ਨੇ, ਆਪਾਂ 1 by 1 ਕਾਲਸ ਵੀ ਲੈਣੇ। ਔਰ ਮੈਂ ਬੇਨਤੀ ਕਰਦਾ ਕਿ ਤੁਸੀਂ ਆਪਣਾ ਨਾਮ ਦੱਸ ਕੇ ਤੇ ਰਵੀ ਸਿੰਘ ਜੀ ਦੇ ਨਾਲ ਸਿੱਧੀ ਗੱਲ ਕਰੋ, ਤੇ ਕੋਸ਼ਿਸ਼ ਕਰੀਏ ਅਸੀਂ ਕਿ ਬਰੀਫ ਰੱਖਦੇ ਹੋਏ ਆਪਣੇ ਕੁਝ ਸਵਾਲ ਅਸੀਂ ਕਰਦੇ ਹਾਂ। ਹਾਂਜੀ, ਪਹਿਲੇ ਕਾਲਰ ਨੇ ਨਿਰਮਲ ਸਿੰਘ। ਹਾਂਜੀ, ਤੁਸੀਂ ਆਉਂਦੇ ਹੋ ਜੀ। ਹੈਲੋ, ਹਾਂਜੀ ਗਿੱਲ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ। ਤੇ ਮੈਂ ਰਵੀ ਸਿੰਘ ਜੀ ਨੂੰ ਕੁਐਸਚਨ ਕਰਨਾ ਸੀਗਾ। ਵੈਸੇ ਮੈਂ ਲਾਇਕ ਨਹੀਂ, ਮੈਂ ਸਮਝਦਾ ਕਿ ਉਹਨਾਂ ਨੂੰ ਪੁੱਛਾਂ, ਬਟ ਇੰਨੀ ਵੱਡੀ ਪਰਸਨੈਲਿਟੀ ਆ, ਪਰ ਫਿਰ ਵੀ ਮੈਂ ਪੁੱਛੂੰਗਾ ਕਿ ਜਿਹੜਾ ਪਿੱਛੇ ਨਾ ਕਾਫੀ ਬੁਰਾ ਲੱਗਿਆ, ਜਿਹੜਾ ਇੰਡੀਅਨ ਮੀਡੀਆ ਨੇ, ਜੋ ਤੁਸੀਂ ਗੱਲ ਕਰ ਰਹੇ ਸੀਗੇ ਕਿ ਇਸ ਹਿਸਾਬ ਨਾਲ ਅਟੈਕ ਕੀਤਾ ਜਾਂ ਬਹੁਤ ਗਲਤ ਸ਼ਬਦ ਯੂਜ਼ ਕੀਤੇ ਇੱਕ ਐਡੀ ਵੱਡੀ ਸੰਸਥਾ ਦੇ ਜੋ ਮੋਢੀ ਨੇ, ਤੇ ਕੀ ਮਤਲਬ ਇੱਕ ਉਹਨਾਂ ਦੇ ਖਿਲਾਫ ਕੋਈ ਇੰਟਰਨੈਸ਼ਨਲ ਲੈਵਲ ਤੇ ਕੋਈ ਕੇਸ ਜਾਂ ਫਿਰ ਕੋਈ ਵੀ ਇਸ ਤਰ੍ਹਾਂ ਦਾ ਕੋਈ ਉਹਨਾਂ ਦੇ ਅਗੇਂਸਟ ਕੋਈ ਆਪਾਂ ਅਪੀਲ ਨਹੀਂ ਕੀਤੀ, ਤਾਂ ਕਿ ਇੱਕ ਉਹਨਾਂ ਨੂੰ ਇੱਕ ਲੈਸਨ ਮਿਲ ਸਕੇ? ਕਿਉਂਕਿ ਨਹੀਂ ਤਾਂ ਫਿਰ ਉਹ ਅੱਗੇ ਵੱਧਦੇ ਜਾਣਗੇ, ਤੇ ਇੱਕ ਜਦੋਂ ਉਹਨਾਂ ਤੇ ਇੰਟਰਨੈਸ਼ਨਲ ਲੈਵਲ ਤੇ ਥੂ ਹੋਊਗੀ ਉਸ ਚੈਨਲ ਦੀ ਜਾਂ ਉਸ ਐਂਕਰ ਦੀ ਕਿ ਉਹ ਇੱਕ ਏਦਾਂ ਦੀ ਸੰਸਥਾ ਨੂੰ ਡਿਫੇਮ ਕਰ ਰਹੇ ਆ, ਟੈਰਰਿਸਟ ਕਹਿ ਰਹੇ ਆ, ਤਾਂ ਮੇਰੇ ਖਿਆਲ ਨਾਲ ਥੋੜੀ ਬਾਕੀਆਂ ਨੂੰ ਵੀ ਅਕਲ ਆਊਗੀ। ਇਹ ਪੁੱਛਣਾ ਸੀ ਵੀਰੇ। ਠੀਕ ਹੈ ਨਰਮੇ ਵੀਰੇ, ਬਹੁਤ ਮਿਹਰਬਾਨੀ ਜੀ। ਖਾਲਸਾ ਜੀ। ਹਾਂਜੀ ਰਵੀ ਸਿੰਘ ਜੀ, ਤੁਹਾਡੇ ਤੱਕ ਆਵਾਜ਼ ਪਹੁੰਚੀ ਜੀ? ਨਹੀਂ ਪਹੁੰਚੀ, ਨਹੀਂ ਸੁਣਿਆ। ਅੱਛਾ, ਆਮ ਸੌਰੀ, ਮੈਨੂੰ ਲੱਗਦਾ ਫਿਰ ਅੱਛਾ ਤੁਹਾਡੇ ਤੱਕ। ਅੱਛਾ, ਉਹਨਾਂ ਦਾ ਸਵਾਲ ਸੀਗਾ ਜੀ ਕਿ ਜਿਹੜੀ ਇਸ ਵੇਲੇ ਇੰਡੀਅਨ ਮੀਡੀਆ ਨੇ
ਅੱਛਾ, ਤੁਹਾਡੇ ਤੱਕ ਆਵਾਜ਼ ਨਹੀਂ ਪਹੁੰਚੀ ਜੀ, ਮੈਂ ਦੇਖਦਾ ਜੀ ਕੋਈ ਟੈਕਨੀਕਲੀ ਕੁਝ ਰੋਂਗ ਹੋਣਾ। ਉਹਨਾਂ ਦਾ ਸਵਾਲ ਸੀ ਕਿ ਜਿਹੜਾ ਇੰਡੀਅਨ ਮੀਡੀਆ ਨੇ ਪਿਛਲੇ ਦਿਨੀ ਟੈਗ ਕੀਤਾ ਕਿ ਇਹ ਖਾਲਿਸਤਾਨੀ ਸੰਸਥਾ ਹੈ ਜੀ, ਇਹ ਰਵੀ ਸਿੰਘ ਹੋਰੀ ਖਾਲਿਸਤਾਨ ਦੀ ਬੈਕਅਪ ਕਰ ਰਹੇ ਆ, ਖਾਲਿਸਤਾਨ ਬਣਾਉਣਾ ਚਾਹੁੰਦੇ ਆ, ਤਾਂ ਤੁਸੀਂ ਕੋਈ ਇਸ ਤਰ੍ਹਾਂ ਦਾ ਆਪਣਾ ਹੈ ਜੀ ਕਿ ਉਹਨਾਂ ਨੂੰ ਅਸੀਂ ਲੀਗਲ ਤੌਰ ਦੇ ਉੱਤੇ ਕੋਈ ਨੋਟਿਸ ਦੇ ਸਕੀਏ ਜਾਂ ਉਹਨਾਂ ਨੂੰ ਕਟਹਿਰੇ 'ਚ ਖੜੇ ਕਰ ਸਕੀਏ ਕਿ ਐਡਾ ਵੱਡਾ ਐਲੀਗੇਸ਼ਨ ਲਗਾਇਆ ਗਿਆ, ਇਹ ਇੱਕ ਤਰ੍ਹਾਂ ਦੇ ਨਾਲ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਖਾਲਸਾ ਏਡ ਨੂੰ? ਹਾਂਜੀ ਹਾਂਜੀ, ਉਹ ਤਾਂ ਕਿਉਂਕਿ ਦੇਖੋ 2017 ਚ ਵੀ ਇਹਨੇ ਸਾਨੂੰ ਕਿਹਾ ਸੀਗਾ, ਜਦੋਂ ਅਸੀਂ ਰੋਹਿੰਗਿਆ ਰਿਫਿਊਜੀਆਂ ਦੀ ਮਦਦ ਕੀਤੀ ਸੀਗੀ ਬੰਗਲਾਦੇਸ਼ 'ਚ, ਸਾਡੇ ਉੱਪਰ ਗਲਤ ਇਲਜ਼ਾਮ ਲਾਏ ਸੀ, ਦੇਖੋ ਜੀ ਜਹਾਦੀਆਂ ਦੀ ਮਦਦ ਕਰਦੇ ਆ, ਇਹ ਖਾਲਿਸਤਾਨੀ ਅੱਤਵਾਦੀ ਆ। ਸੋ ਇਹ ਤਾਂ ਸਾਨੂੰ ਜਦੋਂ ਵੀ ਅਸੀਂ ਪੰਜਾਬ ਦੇ ਕੋਈ ਸੇਵਾ ਦੇ ਵਿੱਚ ਤੁਰਦੇ ਜਾਂ ਪੰਜਾਬ ਦੀ ਗੱਲ ਕਰਦੇ ਜਾਂ ਹਿਊਮਨ ਰਾਈਟਸ ਦੀ ਗੱਲ ਕਰਦੇ, ਇਹ ਤਾਂ ਬਿਲਕੁਲ ਸਾਡੇ ਉੱਪਰ ਇਲਜ਼ਾਮ ਲੱਗੇ ਜਾਂਦੇ ਆ। ਸੋ ਇਹ ਕੋਈ ਨਵੀਂ ਚੀਜ਼ ਨਹੀਂ, ਨਾ ਇਹ ਰੁਕਣੀ ਆ, ਕਿਉਂਕਿ ਜਿਹੜਾ ਰਾਈਟ ਵਿੰਗ ਮੀਡੀਆ ਆ ਉਹਦਾ ਕੰਮ ਹੀ ਇਹ ਆ। ਸੋ ਅਸੀਂ ਸਲਾਹ ਲੈ ਲਏ ਲੀਗਲ ਤੌਰ ਤੇ, ਇਸ ਵੇਲੇ ਅਸੀਂ ਦੇਖਦੇ ਵੀ ਕਰਨਾ ਕਿ ਨਹੀਂ ਕਰਨਾ, ਕਿਉਂਕਿ ਉਹ ਚਾਹੁੰਦੇ ਉਹਨਾਂ ਦੀ ਪਈ TRP ਵਧੇ, ਹੋਰ ਕਰੇ ਕੁਛ। ਜਵਾਬ ਤਾਂ ਸਾਰੀ ਸੰਗਤ ਨੇ ਦੇ ਦਿੱਤਾ, ਜਵਾਬ ਤਾਂ ਤੁਸੀਂ ਸਾਰੀ ਦੁਨੀਆ ਨੇ ਦੇ ਦਿੱਤਾ, ਉਹ ਰਹਿ ਕੀ ਗਿਆ ਉਹਨਾਂ ਦਾ, ਕੁਛ ਕੱਖ ਤਾਂ ਰਹਿ ਹੀ ਨਹੀਂ ਗਿਆ, ਨਾ ਕੋਈ ਉਹਦੀ ਗੱਲ ਮੰਨਦਾ ਉਹਨਾਂ ਦੀ ਕੋਈ। ਸੋ ਅਸੀਂ ਇਹ ਸੋਚਦੇ ਪਈ ਇਹਦਾ ਫਾਇਦਾ ਕਿ ਨਹੀਂ ਫਾਇਦਾ, ਹਾਲੇ ਤੱਕ ਡਿਸਾਈਡ ਨਹੀਂ ਕੀਤਾ ਵੀ ਲੀਗਲ ਤੌਰ ਤੇ ਜੀ। ਸੋ ਆਪਾਂ ਦੇਖਦੇ ਹਾਂ ਜੀ, ਇੱਕ ਕਾਲ ਹੋਰ ਹੈ ਆਪਣੀ, ਜੇਕਰ ਤੁਸੀਂ ਮੈਨੂੰ ਦੱਸਿਓ ਤੁਹਾਨੂੰ ਜੇਕਰ ਆਵਾਜ਼ ਆ ਰਹੀ ਹੈ। ਹਾਂਜੀ, ਤੁਸੀਂ ਆਉਂਦੀ ਹੋ ਜੀ। 7664 ਹੈ ਜੀ ਤੁਹਾਡਾ ਨੰਬਰ। ਹੈਲੋ ਜੀ, 7664 ਤੁਸੀਂ ਆਉਂਦੀ ਹੋ ਜੀ। ਹੈਲੋ ਨਹੀਂ ਜੀ, ਮੈਨੂੰ ਲੱਗਦਾ ਕੁਝ ਟੈਕਨੀਕਲ ਰੋਂਗ ਕੋਈ ਪ੍ਰੋਬਲਮ ਆ ਰਹੀ ਹੈ ਜੀ। ਖੈਰ ਆਪਾਂ ਦੇਖਦੇ ਹਾਂ ਜੀ, ਇੱਕ ਕਾਲ ਹੋਰ ਹੈ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਗੱਲ ਏਦਾਂ ਹੈ ਵੀ ਇਹਨਾਂ ਲੋਕਾਂ ਨੇ ਕੋਈ ਚੰਗਾ ਕੰਮ ਕਰਨ ਵਾਲਾ ਬੰਦਾ ਹੈ, ਉਹ ਇਹ ਜਰਦੇ ਨਹੀਂ ਹੈਗੇ, ਇੰਨੀ ਇਹਨਾਂ ਦੀ ਸਹਿਣ ਸ਼ਕਤੀ ਸਹਿਣਸ਼ੀਲਤਾ ਨਹੀਂ ਹੈ ਵੀ ਕੋਈ ਚੰਗਾ ਕੰਮ ਕਰੀਏ, ਆਪ ਕਰ ਨਹੀਂ ਸਕਦੇ, ਦੂਜੇ ਦੇ ਕਿੰਤੂ ਪਰੰਤੂ ਬਹੁਤ ਕਰ ਸਕਦੇ। ਦੂਜੇ ਜੀ ਖਾਲਸਾ ਏਡ ਹੈ, ਇਹਨਾਂ ਨੇ ਜਿਹੜੀ ਦੁਕਾਨਦਾਰੀ ਦੀ ਨਾ ਪੈਸੇ ਇਕੱਠੇ ਕਰਨੇ ਜੇਬਾਂ 'ਚ ਪਾਉਣੇ, ਉਹ ਹੋ ਗਏ ਬੰਦ। ਹੁਣ ਇਹਨਾਂ ਨੂੰ ਤਾਂ ਖਾਲਸਾ ਏਡ ਥੋੜੀ ਜਿਹੀ ਬੁਰੀ ਲੱਗਣ ਲੱਗ ਗਈ, ਚੁਭਣ ਲੱਗ ਗਈ ਅੱਖਾਂ 'ਚ। ਇਹ ਜਿਹੜੇ ਰਵੀ ਸਾਹਿਬ ਹੈ, ਭਾਈ ਸਾਹਿਬ ਕਿੰਨੀ ਦੇਰ ਤੋਂ ਕਿੰਨੀ ਇਮਾਨਦਾਰੀ ਨਾਲ ਕੰਮ ਕਰ ਰਹੇ ਹੈ, ਇਹ ਦੁਨੀਆ ਨੂੰ ਪਤਾ ਲੱਗ ਗਿਆ। ਸੋ ਸਾਨੂੰ ਇਹਨਾਂ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ, ਇਹਨਾਂ ਨੂੰ ਜੋ ਮਰਜ਼ੀ ਕਰ ਲੈਣ ਦਿਓ। ਹਾਂ, ਜੇ ਤੁਸੀਂ ਨੋਟਿਸ ਦੇਣਾ ਠੋਕਣਾ ਇਹਨਾਂ ਨੂੰ ਤਾਂ ਅਸੀਂ ਤੁਹਾਡੇ ਨਾਲ ਨੇ, ਇਹਨਾਂ ਨੂੰ ਐਸਾ ਠੋਕੋ ਕਿ ਮੁੜ ਕੇ ਪੈ ਉੱਪਰ ਨੂੰ ਅੱਖਾਂ ਨਾ ਚੱਕਣ, ਗਰਦਨ ਨਾ ਚੱਕਣ, ਟੇਢੀ ਕਰਕੇ ਜ਼ਿੰਦਗੀ ਆਪਣੀ ਜੂਨ ਬਾਕੀ ਰਹਿੰਦੀ ਕਹਿੰਦੀ, ਕਿਉਂਕਿ ਲੋਕ ਭਲਾਈ ਕੰਮ ਕਰਨੇ ਬਹੁਤ ਔਖੇ ਹੁੰਦੇ ਭਾਈ ਸਾਹਿਬ, ਬਹੁਤ ਔਖੇ। ਇਹਨਾਂ ਲੋਕਾਂ ਨੂੰ ਨਹੀਂ ਇੰਨਾ ਹੈ ਸੁਰਤ, ਨਾ ਗੁਰੂ ਸਾਹਿਬ ਨੇ ਇਹਨਾਂ ਲੋਕਾਂ ਨੂੰ ਇੰਨੀ ਮੱਤ ਬਖਸ਼ੀ ਹੈ ਜੀ। ਸੋ ਥੈਂਕ ਯੂ ਵੈਰੀ ਮਚ ਸਰ, ਬਹੁਤ ਮਿਹਰਬਾਨੀ। ਰਵੀ ਸਿੰਘ ਜੀ, ਹੁਣ ਆਵਾਜ਼ ਪਹੁੰਚੀ ਸੀ ਤੁਹਾਡੇ ਕੋਲ? ਹਾਂਜੀ, ਪਹੁੰਚ ਗਈ ਸੀ, ਪਹੁੰਚ ਗਈ ਸੀ। ਥੈਂਕ ਯੂ ਤੁਹਾਡੇ ਪਿਆਰ ਦਾ, ਸਤਿਕਾਰ ਦਾ ਤੇ ਸਪੋਰਟ ਦਾ। ਸੰਗਤ ਸਿਆਣੀ ਆ, ਅਸੀਂ ਉਹੀ ਘੜੀ ਘੜੀ ਕਹਿੰਦੇ ਆ। ਦੇਖੋ ਸੰਗਤ ਸਾਨੂੰ ਕਿੰਨੀ ਸਪੋਰਟ ਕਰਦੇ, ਜਿੰਨਾ ਵੀ ਪਿਆਰ ਮਿਲ ਰਿਹਾ ਅਸੀਂ ਇਹ ਮੋੜ ਨਹੀਂ ਸਕਦੇ। ਸੋ 21 ਸਾਲ ਮੋਹਰੇ ਹੋ ਕੇ ਜੋ ਸੇਵਾ ਕੀਤੀ ਆ ਤੇ ਜੋ ਟੀਮਾਂ ਵਧੀਆਂ ਆ, ਉਹ ਸੰਗਤ ਕਰਕੇ। ਸੋ ਜਿੱਦਾਂ ਤੁਸੀਂ ਜਵਾਬ ਦਿੱਤਾ ਸੰਗਤ ਨੇ ਹੁਣ ਤੁਹਾਡੇ ਰੇਡੀਓ ਸਟੇਸ਼ਨ ਤੇ, ਇਹ ਤੁਹਾਨੂੰ ਸਾਹ ਦਾ ਜਵਾਬ ਮਿਲ ਰਿਹਾ ਹੈ। ਅੱਜ ਕੱਲ੍ਹ ਸਾਰੇ ਸਿਆਣੇ ਆ, ਸਾਰਿਆਂ ਨੂੰ ਪਤਾ ਵੀ ਕਿਹੜੀਆਂ ਗੇਮਾਂ ਖੇਡ ਰਹੇ ਆ। ਬਿਲਕੁਲ ਠੀਕ ਹੈ। ਅੱਛਾ ਰਵੀ ਸਿੰਘ ਜੀ, ਮੈਂ ਹੁਣ ਤੁਹਾਡੇ ਤੋਂ, ਮੈਨੂੰ ਪਤਾ ਤੁਹਾਡੇ ਕੋਲ ਸਮਾਂ ਬਹੁਤ ਸੀਮਿਤ ਸੀ ਔਰ ਅਸੀਂ ਹੋਰ ਕੋਈ ਕਾਲਸ ਵੀ ਨਹੀਂ ਹੁਣ ਲਵਾਂਗੇ, ਪਰ ਨਾਲ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਚਾਹਾਂਗਾ ਥੋੜ੍ਹਾ ਜਿਹਾ, ਜੇਕਰ ਤੁਸੀਂ ਆਪਣੇ ਤੌਰ ਦੇ ਉੱਤੇ ਇਸ ਵੇਲੇ ਕਿਸਾਨੀ ਅੰਦੋਲਨ ਦੇ ਉੱਤੇ ਨਜ਼ਰ ਜਿਸ ਤਰ੍ਹਾਂ ਦੇਖ ਰਹੇ ਹੋ, ਬੜਾ ਕਲੋਜ਼ਲੀ ਵਾਚ ਕਰ ਰਹੇ ਹੋ, ਇੱਕ ਸਵਾਲ ਨਾ ਜੀ, ਪਿਛਲੇ ਦਿਨੀ ਮੈਂ ਇੱਕ ਇੰਟਰਵਿਊ ਕੀਤੀ ਸੀ ਤੇ ਉੱਥੋਂ ਇੰਡੀਆ ਤੋਂ ਇੱਕ ਕਿਸੇ ਸੱਜਣ ਦੀ ਕਾਲ ਆਈ ਤੇ ਉਹਨਾਂ ਨੇ ਥੋੜ੍ਹਾ ਜਿਹਾ ਇੱਕ ਕੰਸਰਨ ਕਹਿ ਲਈਏ ਜਾਂ ਆਪਣਾ ਇੱਕ ਪੁਆਇੰਟ ਰੇਜ਼ ਕੀਤਾ ਸੀਗਾ ਤੇ ਮੈਂ ਤਾਂ ਆਪਣੇ ਤੌਰ ਦੇ ਉੱਤੇ ਉਸ ਪੁਆਇੰਟ ਦਾ ਜਵਾਬ ਦੇ ਦਿੱਤਾ ਸੀ। ਉਹਨਾਂ ਦਾ ਸਵਾਲ ਸੀ ਕਿ ਖਾਲਸਾ ਏਡ ਇਸ ਵੇਲੇ ਜਿਹੜਾ ਇਹ ਅੰਦੋਲਨ ਹੈ ਕਿਸਾਨਾਂ ਦੇ ਲਈ ਜਿਸ ਤਰੀਕੇ ਦੇ ਨਾਲ ਬਹੁਤ ਖੁੱਲ੍ਹੇ ਦਿਲ ਦੇ ਨਾਲ ਸਪੋਰਟ ਕਰ ਰਹੀ ਹੈ, ਫਾਈਨੈਂਸ਼ੀਅਲ ਤੌਰ ਦੇ ਉੱਤੇ ਵੀ ਉਹਨਾਂ ਨੂੰ ਈਵਨ ਟਰੈਕਟਰਸ ਤੱਕ ਜਾਂ ਫਿਰ ਉਹਨਾਂ ਦੇ ਰਹਿਣ ਦੇ ਲਈ ਅਰੇਂਜਮੈਂਟ, ਸ਼ੈਲਟਰਸ ਬਣਾਉਣ ਦੀ ਅਰੇਂਜਮੈਂਟ ਦੀ ਗੱਲ ਕੀਤੀ। ਉਹ ਕਹਿੰਦੇ ਕੱਲ੍ਹ ਨੂੰ ਜੇਕਰ ਕਿਸੇ ਹੋਰ ਕਮਿਊਨਿਟੀ ਦਾ ਕੋਈ ਇੱਦਾਂ ਦਾ ਰੱਬ ਨਾ ਕਰੇ ਕੋਈ ਅੰਦੋਲਨ ਚੱਲਦਾ ਹੈ, ਕੀ ਖਾਲਸਾ ਏਡ ਉਸ ਵੇਲੇ ਵੀ ਇਸੇ ਤਰੀਕੇ ਸਪੋਰਟ ਕਰੇਗੀ? ਦੱਸਣਾ ਚਾਹੋ ਤੁਸੀਂ। ਬਿਲਕੁਲ, ਜਿੱਥੇ ਵੀ ਇਨਸਾਨੀਅਤ ਤੌਰ ਤੇ ਲੋੜ ਹੋਗੀ ਸਾਡੀ, ਅਸੀਂ ਬਿਲਕੁਲ ਕਰਾਂਗੇ ਜਾ ਕੇ। ਜੇ ਸਾਨੂੰ ਰਾਜਸਥਾਨ ਜਾਂ UP ਜਾਂ ਕਿਤੇ ਵੀ ਉੱਥੇ ਕਿਸਾਨ ਬੈਠੇ ਆ, ਸਾਡੇ ਲਈ ਸਾਰੇ ਇੱਕ ਹੀ ਆ। ਜਿੱਥੇ ਵੀ ਲੰਗਰ ਦੀ ਲੋੜ ਆ, ਲੰਗਰ ਉੱਥੇ ਚੱਲੂਗੇ। ਸੋ ਇਹਦੇ ਵਿੱਚ ਤਾਂ ਸਵਾਲ ਪੈਦਾ ਨਹੀਂ ਹੁੰਦਾ ਵੀ ਅਸੀਂ ਇੱਦਾਂ ਦੇ ਜਿਹੜੇ ਭਈ ਸ਼ਾਂਤਮਈ ਅੰਦੋਲਨ ਆ ਅਸੀਂ ਜਾ ਕੇ ਸਪੋਰਟ ਨਾ ਕਰੀਏ। ਅਸੀਂ ਹਰ ਵਾਰੀ ਕਹਿੰਦੇ ਆ ਇਹ ਜਿਹੜਾ ਅੰਦੋਲਨ ਦਾ, ਇਹ ਅੰਦੋਲਨ ਦਾ ਸਾਰੇ ਤੋਂ ਤਕੜਾ ਜਿਹੜਾ ਹਥਿਆਰ ਹੈਗਾ ਸ਼ਾਂਤਮਈ। ਹਾਂਜੀ, ਇਹ ਸ਼ਾਂਤਮਈ ਕਰਕੇ ਸਕਸੈਸਫੁਲ ਆ ਤੇ ਇਹਦੇ ਵਿੱਚ ਜਿੱਥੇ ਵੀ ਇੱਦਾਂ ਦਾ ਲੱਗੂ ਅੰਦੋਲਨ ਅਸੀਂ ਬਿਲਕੁਲ ਤਿਆਰ ਹੋਵਾਂਗੇ।
ਇਰਾਕ 'ਚ ਲੱਗੇ, ਇੰਡੀਆ 'ਚ ਲੱਗੇ, ਕਿਤੇ ਹੋਰ ਦੇਸ਼ ਲੱਗੇ, ਜਿੱਥੇ ਅਸੀਂ ਪਹੁੰਚ ਸਕਦੇ ਹਾਂ 100% ਜਾ ਕੇ ਨਾਲ ਸਾਥ ਦੇਵਾਂਗੇ। ਅੱਛਾ, ਨਹੀਂ ਉਹਨਾਂ ਦਾ ਥੋੜਾ ਸਵਾਲ ਇਸ ਤਰੀਕੇ ਦੇ ਨਾਲ ਸੀਗਾ ਜੀ, ਉਹਨਾਂ ਨੂੰ ਲੱਗਿਆ ਸੀ ਵੀ ਸ਼ਾਇਦ ਅਸੀਂ ਸਿਰਫ ਸਿੱਖਾਂ ਦੀ ਸਪੋਰਟ ਕਰਨ ਲਈ ਖਾਲਸਾ ਏਡ ਅੱਗੇ ਆਉਂਦੀ ਹੈ। ਸੋ ਵੈਸੇ ਤਾਂ ਉਹਦੀ ਐਗਜ਼ਾਮਪਲ ਆਲਰੇਡੀ ਸਾਡੇ ਸਾਰਿਆਂ ਦੇ ਸਾਹਮਣੇ ਆ, ਪਰ ਤੁਸੀਂ ਸੋਚਦੇ ਹੋ ਕਿ ਇਦਾਂ ਧਰਮ ਦੇ ਨਾਂ ਦੇ ਉੱਤੇ ਖਾਲਸਾ ਏਡ ਕੰਮ ਕਰਦੀ ਹੈ ਜਾਂ ਕਰੇਗੀ? ਅਸੀਂ ਤਾਂ ਜਦੋਂ ਰਫਿਊਜੀਆਂ ਦੀ ਮਦਦ ਕਰੀ ਲੈਬਨਾਨ ਵਿੱਚ, ਇਰਾਕ ਦੇ ਵਿੱਚ, ਟਰਕੀ ਦੇ ਵਿੱਚ, ਜਾਂ ਅਫਰੀਕਾ ਜਾ ਕੇ ਪਾਣੀ ਦੇ ਨਲਕੇ ਲਾਈਦੇ ਆ, ਜਾਂ ਜਿੱਥੇ ਭੁਚਾਲ ਹੈ ਪਾਕਿਸਤਾਨ ਦੇ ਵਿੱਚ, ਲੜਾਈ ਲੱਗੀ ਬੰਗਲਾਦੇਸ਼ ਦੇ ਵਿੱਚ, ਅਸਾਮ ਦੇ ਵਿੱਚ ਹੜ੍ਹ ਹੈ, ਗੁਜਰਾਤ 'ਚ ਹੈ, ਸਾਨੂੰ ਸੰਗਤ ਪਹਿਲਾਂ ਲੋਕ ਦਿਸਦੇ, ਪਹਿਲਾਂ ਇਨਸਾਨੀਅਤ ਦਿਸਦੀ ਆ। ਤੇ ਜਿੱਥੇ ਪੰਜਾਬ 'ਚ ਪ੍ਰੋਜੈਕਟ ਚੱਲ ਰਹੇ, ਉਹ ਵੀ ਬਹੁਤ ਵੱਡੇ ਚੱਲ ਰਹੇ ਪ੍ਰੋਜੈਕਟ ਪੰਜਾਬ ਦੇ ਵਿੱਚ, ਉਹ ਵੀ ਚਲਾ ਰਹੇ ਆ ਨਾਲੋਂ ਨਾਲ। ਪਰ ਖਾਲਸਾ ਏਡ ਇਕੱਲੀ ਇਹ ਨਹੀਂ ਵੀ ਪੈਦਾ ਕੀਤੀ ਇਕੱਲੀ ਸਿੱਖਾਂ ਦੀ ਮਦਦ ਕਰਨੀ। ਖਾਲਸਾ ਏਡ ਪੈਦਾ ਹੋਈ ਸਿੱਖਾਂ ਵੱਲੋਂ, ਮਦਦ ਚੱਲ ਰਹੀ ਹੈ ਸਾਰੀ ਦੁਨੀਆ ਵਿੱਚ ਇਨਸਾਨੀਅਤ ਲਈ। ਸਾਡੇ ਗੁਰੂ ਸਾਹਿਬ ਸਾਰੀ ਦੁਨੀਆ ਘੁੰਮ ਕੇ ਆਏ, ਇਰਾਕ ਤੱਕ ਗਏ ਸਾਡੇ ਗੁਰੂ ਸਾਹਿਬ, ਗੁਰੂ ਨਾਨਕ ਦੇਵ ਜੀ ਇਰਾਕ ਤੱਕ। ਉੱਥੇ ਜਿੱਥੇ ਗਏ ਸੀਗੇ 2014 ਵਿੱਚ ਜਦੋਂ ਮੈਂ ਪਹੁੰਚਿਆ ਇਰਾਕ ਦੇ ਵਿੱਚ, ਜਦੋਂ ਆਈਸਿਸ ਉੱਥੇ ਅਟੈਕ ਕਰ ਰਹੀ ਸੀਗੀ, ਤਾਂ ਮੈਨੂੰ ਉੱਥੇ ਲੋਕ ਮੁੜੇ, ਰਫਿਊਜੀ ਮਿਲੇ। ਉਸ ਵੇਲੇ ਸਾਰੀਆਂ ਸੰਸਥਾਂ ਬਹੁਤ ਦੌੜ ਗਈਆਂ ਸੀਗੀਆਂ, 2-3 ਹੀ ਰਹਿ ਗਈਆਂ ਸੀਗੀਆਂ। ਅਸੀਂ ਉੱਥੇ ਬਾਰਡਰ ਤੇ ਉੱਥੇ ਹਜ਼ਾਰਾਂ ਤੋਂ ਹਜ਼ਾਰ ਰਫਿਊਜੀ ਆ ਰਹੇ, ਜੋ ਮਰਜੀ ਹੱਥ ਵਿਚਾਰੇ ਕੋ ਸੀਗਾ। ਤੇ ਉੱਥੇ ਜਾ ਕੇ ਇੱਕ ਥਾਂ ਜਦੋਂ ਬੈਠੇ ਤੇ ਕਈ ਉੱਥੇ ਬੰਦੇ ਇਕੱਠੇ, ਕਹਿੰਦੇ ਤੁਸੀਂ ਕੌਣ ਹੋ? ਅਸੀਂ ਸਿੱਖ ਹਾਂ। ਕਹਿੰਦੇ ਸਿੱਖ ਪਹਿਲੀ ਵਾਰੀ ਇੱਥੇ ਆਇਆ? ਮੈਂ ਕਿਹਾ ਨਹੀਂ, 500 ਸਾਲ ਪਹਿਲਾਂ ਇੱਕ ਹੋਰ ਵੀ ਇੱਥੇ ਸਿੱਖ ਆਏ ਸੀਗੇ, ਉਹਦਾ ਅਸੀਂ ਸੰਦੇਸ਼ ਲੈ ਕੇ ਆਏ ਹਾਂ ਸਰਬੱਤੇ ਭਲੇ ਦਾ। ਫਿਰ ਪੁੱਛਣ ਲੱਗਾ ਕੌਣ ਸੀ ਗੁਰੂ ਨਾਨਕ ਦੇਵ ਜੀ। ਜੇ ਗੁਰੂ ਨਾਨਕ ਜੀ ਦੁਨੀਆ ਪਹੁੰਚ ਸਕਦੇ ਆ, ਅਸੀਂ ਕਿਉਂ ਨਹੀਂ ਦੁਨੀਆ ਜਾ ਕੇ ਪਹੁੰਚ ਕੇ ਲੰਗਰ ਦਾ, ਸਰਬੱਤੇ ਭਲੇ ਦਾ ਮੈਸੇਜ ਜਾ ਕੇ ਉੱਥੇ ਜਾ ਕੇ ਕਰੀਏ ਜਿੱਥੇ ਲੋੜ ਆ। ਅਸੀਂ ਪ੍ਰਚਾਰ ਨਹੀਂ ਕਰਦੇ ਭਈ ਅਸੀਂ ਸਿੱਖ ਹਾਂ, ਅਸੀਂ ਤੁਹਾਤੋਂ ਚੰਗੇ ਹਾਂ, ਤੁਸੀਂ ਸਾਤੋਂ ਮਾੜੇ, ਬਿਲਕੁਲ ਨਹੀਂ। ਅਸੀਂ ਕਹਿੰਦੇ ਅਸੀਂ ਇਨਸਾਨ ਹਾਂ, ਤੁਸੀਂ ਇਨਸਾਨ ਆ, ਅਸੀਂ ਇਨਸਾਨੀਅਤ ਤੌਰ ਤੇ ਅਸੀਂ ਹੈ ਸਿੱਖ ਹਾਂ, ਪਰ ਤੁਹਾਡੀ ਇਨਸਾਨੀਅਤ ਤੌਰ ਤੇ ਮਦਦ। ਇਹਦੇ ਕਰਕੇ ਸਾਰੇ ਪਾਸੇ ਸਾਰੀ ਦੁਨੀਆ ਸਾਡੇ ਪਿਆਰ ਬਹੁਤ ਆ, ਰਿਸਪੈਕਟ ਬਹੁਤ ਆ। ਜਿੱਥੇ ਵੀ ਜਾਓ, ਜਿੱਥੇ ਵੀ ਖਾਲਸਾ ਏਡ ਦਾ ਕੰਮ ਚੱਲਦਾ, ਇਰਾਕ ਚਲੋ ਮੇਰੇ ਨਾਲ, ਤੁਸੀਂ ਪੱਗ ਬੰਨ੍ਹ ਕੇ ਇਰਾਕ ਚੱਲੋ, ਜਿੱਥੇ ਸਾਡੀ ਸੇਵਾ ਚੱਲਦੀ ਆ। ਤੇ ਦੇਖਿਓ ਤੁਹਾਨੂੰ ਘੜੀ ਤੁਹਾਨੂੰ ਰੋਕਦੇ ਨੀਗੇ, ਫੋਟੋ ਨਹੀਂ ਤੁਹਾਨੂੰ ਖਿੱਚਦੇ, ਤੁਹਾਨੂੰ ਖਿੱਚਦੇ ਵੀ ਚਾਹ ਪੀਓ ਸਾਡੇ ਘਰ ਆ ਕੇ ਖਾਓ ਰੋਟੀ, ਏਦਾਂ ਦਾ ਉੱਥੇ ਪਿਆਰ ਚੱਲਦਾ ਜੀ। ਅੱਛਾ, ਮੈਂ ਬੇਨਤੀ ਕਰਦਾ ਜੀ, ਹੋਰ ਕਾਲਸ ਮੈਂ ਸ਼ਾਇਦ ਨਾ ਲੈ ਸਕਾਂ, ਪਰ ਜੇ ਰਵੀ ਸਿੰਘ ਜੀ ਇਜਾਜ਼ਤ ਦਿਓ, 2 ਕਾਲਰ ਨੇ ਇਸ ਵੇਲੇ ਹੋਲਡ ਦੇ ਉੱਤੇ, ਬਾਕੀ ਮੈਂ ਡ੍ਰੌਪ ਕਰ ਦਿੱਤੀਆਂ ਸੀਗੀਆਂ। ਮੈਂ ਲੈ ਲਵਾਂ ਜੀ ਇਹ 2 ਕਾਲਸ ਜੇ ਤੁਸੀਂ ਕੰਫਰਟੇਬਲ ਹੋ ਤਾਂ? ਹਾਂਜੀ, ਸੋ ਇਹ ਛੋਟੀ ਰੱਖਾਂਗੇ ਜੀ ਗੱਲਬਾਤ। ਪਹਿਲੇ ਕਾਲਰ ਸਤਨਾਮ ਲਿਖਿਆ ਆ ਰਿਹਾ ਜੀ, ਤੁਹਾਡਾ ਨਾਮ, ਤੁਸੀਂ ਆਉਂਦੇ ਹੋ ਜੀ? ਹਾਂਜੀ, ਮੈਂ ਇਹਨਾਂ ਨੂੰ ਇਹ ਪੁੱਛਣਾ ਸੀ ਕਿ ਜਿੱਦਾਂ ਕੈਨੇਡਾ ਦੇ ਵਿੱਚ ਤਾਂ ਇਹ ਹਜੇ ਰਜਿਸਟਰਡ ਨਹੀਂ ਹੋਏ, ਪਰ ਜਿਹੜੀਆਂ ਡੋਨੇਸ਼ਨਸ ਦਿੱਤੀਆਂ ਸੀ ਉਹ ਨੈਕਸਟ ਈਅਰ ਜਦ ਹੋ ਜਾਣਗੇ ਤਾਂ ਉਹ ਉੱਥੇ ਅਪਲਾਈ ਹੋ ਸਕਦੀਆਂ, ਔਰ ਇੱਥੇ ਕੋਈ ਲੋਕਲ ਨੰਬਰ ਵੀ ਹੈ ਨਹੀਂ। ਠੀਕ ਹੈ ਜੀ, ਬਹੁਤ ਮਿਹਰਬਾਨੀ। ਹਾਂਜੀ, ਮੇਰਾ ਖਿਆਲ ਮੈਂ ਸੁਣਿਆ ਪਈ ਅਸੀਂ ਨੌਨ ਪ੍ਰੋਫਿਟ ਰਜਿਸਟਰਡ ਹੈਗੇ ਹਾਂ, ਸਾਡਾ ਬੈਂਕ ਅਕਾਊਂਟ ਹੈਗਾ, ਸਾਡਾ ਸਾਰਾ ਅਕਾਊਂਟ ਵੀ ਜਿੱਦਾਂ ਪਈ ਕਹਿ ਲਓ, ਹੁਣ ਅਕਾਊਂਟਸ ਵੀ ਹੋ ਰਹੇ ਆ, ਪਰ ਚੈਰਿਟੀ ਸਟੇਟਸ ਅਸੀਂ ਵੇਟ ਕਰਦੇ ਹਾਂ। ਉਹਨਾਂ ਦਾ ਮੇਰੇ ਖਿਆਲ ਸਵਾਲ ਸੀਗਾ ਜੀ, ਜਿਨ੍ਹਾਂ ਨੇ ਮੈਨੂੰ ਲੱਗਦਾ ਤੁਹਾਡੇ ਤੱਕ ਆਵਾਜ਼ ਪਹੁੰਚ ਨਹੀਂ ਰਹੀ ਕਾਲਰ ਦੀ ਪ੍ਰੋਪਰ ਨਾ ਜੀ। ਉਹਨਾਂ ਦਾ ਸਵਾਲ ਸੀ ਕਿ ਜਿਹੜੇ ਕੈਨੇਡਾ ਦੇ ਵਿੱਚੋਂ ਜਿਨ੍ਹਾਂ ਨੇ ਪਹਿਲਾਂ ਡੋਨੇਟ ਕੀਤਾ ਹੋਇਆ, ਕੀ ਉਹ ਜਦੋਂ ਚੈਰਿਟੀ ਸਟੇਟਸ ਆਪਣਾ ਕੈਨੇਡਾ ਦੇ ਵਿੱਚ ਅਪ ਹੋ ਜਾਂਦਾ ਤਾਂ ਕੀ ਉਸ ਵੇਲੇ ਉਹਨਾਂ ਨੂੰ ਉਹ ਬੈਨੀਫਿਟ ਮਿਲ ਸਕੇਗਾ ਬੈਕਡੇਟਡ? ਉਹਦਾ ਕੁਐਸਚਨ ਹੈ ਜ਼ਿਆਦਾ ਟੈਕਨੀਕਲ ਮੇਰੇ ਲਈ। ਮੈਂ ਜਤਿੰਦਰ ਸਿੰਘ, ਸਾਡਾ ਜਿਹੜਾ ਵੈਨਕੂਵਰ ਦੇ ਵਿੱਚ, ਜੇ ਸਾਨੂੰ ਕੋਈ ਈਮੇਲ ਭੇਜੇ ਨਾ, ਸਾਨੂੰ ਈਮੇਲ ਭੇਜ ਸਕਦਾ, ਜਾਂ WhatsApp ਤੇ Facebook ਤੇ ਮੈਸੇਜ ਭੇਜ ਦੇ ਖਾਲਸਾ ਏਡ ਕੈਨੇਡਾ ਤੇ ਜਤਿੰਦਰ ਸਿੰਘ ਨੂੰ ਉਹ ਜਵਾਬ ਦੇ ਸਕਦੇ। ਮੇਰੇ ਲਈ, ਮੈਂ ਇੱਥੇ ਬੈਠਾ, ਜ਼ਿਆਦਾ ਟੈਕਨੀਕਲ। ਠੀਕ ਹੈ ਜੀ। ਸੋ ਇੱਕ ਲਾਸਟ ਕਾਲ ਲੈਣੇ ਜੀ ਆਪਾਂ, ਦੇਖਦੇ ਕੀ ਕਹਿੰਦੇ ਨੇ। ਹਾਂਜੀ, ਤੁਸੀਂ ਆਉਂਦੀ ਹੋ ਜੀ, 9296 ਨੰਬਰ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਖਾਲਸਾ ਸਾਹਿਬ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕਹਿਣਾ ਚਾਹੁੰਦਾ ਜੀ, ਮੈਂ ਨਾ ਅੱਜ ਤੋਂ ਕੁਝ ਸਾਲ ਪਹਿਲਾਂ ਦੁਬਈ ਸੀਗਾ। ਹਾਂਜੀ। ਤੇ ਉੱਥੇ ਮੈਨੂੰ ਇੱਕ ਆਦਮੀ ਮਿਲੇ ਸੀਗੇ, ਆਪਣੇ ਮੁਸਲਿਮ ਸੀਗੇ। ਮੈਨੂੰ ਐਕਚੁਅਲੀ ਸੋਰੀ, ਉਦੋਂ ਮੇਰੀ ਏਜ ਬਹੁਤ ਘੱਟ ਸੀਗੀ ਤੇ ਮੈਨੂੰ ਆਪਣੇ ਬਿਲਕੁਲ ਨਹੀਂ ਪਤਾ ਸੀ ਖਾਲਸਾ ਏਡ ਬਾਰੇ। ਉਹਨਾਂ ਨੇ ਮੈਨੂੰ ਬਿਲਕੁਲ ਤੁਹਾਡੇ ਬਾਰੇ ਸਾਰਾ ਕੁਝ ਦੱਸਿਆ ਕਿ ਇੰਨੀ ਹੈਲਪ ਕਰਦੇ ਆ, ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਆ ਜੀ। ਥੈਂਕ ਯੂ ਤੁਹਾਡਾ ਸੰਗਤ ਦਾ, ਤੁਸੀਂ ਸਪੋਰਟ ਕਰਦੇ। ਤੁਹਾਡੇ ਤੋਂ ਬਗੈਰ ਅਸੀਂ ਕੁਝ ਨਹੀਂ ਕਰ ਸਕਦੇ। ਤੇ ਕਈ ਵਾਰੀ ਸਾਡੀ ਜਿਹੜੀ ਸਿੱਖ ਸੰਗਤ ਆ ਬਾਹਰ ਕਿਤੇ ਕੰਮ ਕਰੇ ਦੁਨੀਆ ਵਿੱਚ, ਉਹ ਲੋਕਲ ਬੰਦੇ ਦੱਸਦੇ ਪਈ ਇਹ ਸਿੱਖ ਇਹ ਕਰਦੇ ਆ ਪਈ, ਤੇ ਸਾਨੂੰ ਬੜਾ ਮਾਣ ਹੁੰਦਾ ਸਿੱਖ ਕਮਿਊਨਿਟੀ ਨੂੰ ਪਈ ਦੇਖੋ ਸਾਡੇ ਸਿੱਖਾਂ ਦੀ ਗੱਲ ਕਰਦੇ। ਸੋ ਥੈਂਕ ਯੂ
ਤੁਹਾਡੇ ਮੈਸੇਜ ਦਾ ਤੇ ਪਿਆਰ ਦਾ। ਬਹੁਤ ਮਿਹਰਬਾਨੀ ਵੀਰੇ, ਥੈਂਕ ਯੂ। ਸੋ ਦੋਸਤੋ ਹੋਰ ਕਾਲਸ ਨਾ ਪਲੀਜ਼ ਕਰਿਓ, ਹੁਣ ਅਸੀਂ ਕਾਲਸ ਨਹੀਂ ਲਵਾਂਗੇ। ਤੇ ਭਾਈ ਸਾਹਿਬ ਜੀ, ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਵਾਰ ਫਿਰ ਤੁਸੀਂ ਪਿਛਲੇ ਦਿਨੀ ਜਦੋਂ ਕਿਸਾਨੀ ਅੰਦੋਲਨ ਦੇ ਉੱਤੇ ਤੁਸੀਂ ਕਾਫੀ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਲੋਜ਼ਲੀ ਵਾਚ ਕਰ ਰਹੇ ਹੋ, ਇੱਕ ਸੰਦੇਸ਼ ਤੁਸੀਂ ਦਿੱਤਾ ਸੀ ਕਿ ਜੇਕਰ ਲੋੜ ਪਵੇ ਤਾਂ ਖਾਲਸਾ ਏਡ ਅੱਗੇ ਆ ਕੇ ਕਿਸੇ ਨਾ ਕਿਸੇ ਤਰ੍ਹਾਂ ਦਾ ਸਹਿਯੋਗ ਇਸ ਮਸਲੇ ਨੂੰ ਹੱਲ ਕਰਨ 'ਚ, ਜਿੱਥੇ ਨਾ ਸਿਰਫ ਤੁਸੀਂ ਲੋਕਾਂ ਦੀ ਹੈਲਪ ਕਰਨ 'ਚ, ਸੇਵਾ ਕਰਨ 'ਚ ਉੱਥੇ ਭੂਮਿਕਾ ਨਿਭਾ ਰਹੇ ਹੋ, ਤੁਸੀਂ ਕਿਹਾ ਸੀ ਵੀ ਇਸ ਮਸਲੇ ਦੇ ਵਿੱਚ ਤੁਸੀਂ ਇੰਟਰਵੀਨ ਕਰਕੇ ਇਨਵੋਲਵ ਹੋ ਕੇ ਵੀ ਅਗਰ ਲੋੜ ਪਵੇ ਤਾਂ ਸਾਹਮਣੇ ਆ ਸਕਦੇ ਹੋ। ਇਹ ਗੱਲ ਕਿਉਂ ਕਹਿਣੀ ਪੈ ਗਈ ਤੁਹਾਨੂੰ? ਨਹੀਂ, ਗੱਲ ਇੱਥੇ ਆਉਂਦੀ ਆ ਕਿਉਂਕਿ ਦੇਖੋ ਕਈ ਪ੍ਰੋਟੈਸਟ ਹੋਏ ਆ, ਕਈ ਮੁਜ਼ਾਹਰੇ ਹੋਏ ਆ ਤੇ ਸੰਗਤ ਨੇ ਬਹੁਤ ਜ਼ੋਰ ਪਾਇਆ ਤੇ ਉਹਦੇ ਵਿੱਚ ਨਤੀਜਾ ਜਿਹੜਾ ਬਹੁਤ ਮਿਨੀਮਲ ਨਿਕਲਿਆ ਜਾਂ ਕੁਛ ਨਿਕਲਿਆ ਨੀਗਾ। ਸਾਨੂੰ ਇਹੀ ਡਰ ਆ ਭਈ ਦੇਖੋ ਹੁਣ ਸੰਗਤ ਨੇ 1 ਮਹੀਨਾ ਉੱਥੇ ਦਿੱਲੀ ਪਹੁੰਚਣ ਤੇ ਰਸਤੇ 'ਚ ਕਿੰਨੇ ਧੱਕੇਬਾਜ਼ੀ ਹੋਏ ਆ ਤੇ ਕਿੰਨੇ ਉੱਥੇ ਠੰਡ ਆ, ਮੀਂਹ ਪੈਂਦਾ ਤੇ ਕਿੰਨੀਆਂ ਤੇ ਕਹਿ ਲਓ ਭਈ ਡਿਫੀਕਲਟ ਸਿਚੁਏਸ਼ਨ ਕਰਕੇ ਉੱਥੇ ਮੁਸੀਬਤਾਂ, ਕਹਿ ਲਓ ਭਈ ਜਿੱਦਾਂ ਭਈ ਡਿਫੀਕਲਟ ਮੀਂਹ ਬਹੁਤ ਪੈ ਗਿਆ ਤਾਂ ਵੀ ਸੰਗਤ ਉੱਥੇ ਬੈਠੀ ਆ। ਅਸੀਂ ਆਪਣੇ ਵੱਲੋਂ ਜਿਹੜਾ ਭਈ ਕਿਸਾਨ ਯੂਨੀਅਨ ਦੇ ਜਿਹੜੇ ਲੀਡਰ ਆ ਉਹ ਤਾਂ ਪਹਿਲਾਂ ਉਹਦਾ ਬਹੁਤ ਤਜਰਬਾ ਆ, ਉਹ ਆਪਣੇ ਵੱਲੋਂ ਕਾਫੀ ਜਿੱਦਾਂ ਸਿਆਣੇ ਆ ਤੇ ਕਈ ਵਾਰੀ ਜਿੱਦਾਂ ਸੋਸ਼ਲ ਮੀਡੀਆ ਹੋਵੇ ਜਾਂ ਕਿੱਦਾਂ ਰੀਚ ਕਰਨਾ ਦੁਨੀਆ ਦੇ ਮੀਡੀਆ ਨੂੰ ਤੇ ਕਿੱਦਾਂ ਸਲਾਹ ਦੇਣੀ ਆ, ਜਿਹੜੇ ਭਈ ਬੰਦੇ ਜਿਹੜੇ ਭਈ ਦੁਨੀਆ ਸਾਡੇ ਸਿੱਖ ਹੈਗੇ ਆ, ਜਿਹੜੇ ਬਹੁਤ ਪੜ੍ਹੇ ਲਿਖੇ ਆ, ਇਹਦਾ ਤਜਰਬਾ ਹੈਗਾ ਇਹਨਾਂ ਦੇ ਕੰਮਾਂ ਦੇ ਵਿੱਚ ਪੋਲੀਟੀਕਲ ਜਾਂ ਨੈਗੋਸ਼ੀਏਸ਼ਨ ਦਾ, ਉਹ ਅਸੀਂ ਇੰਟਰੋਡਿਊਸ ਕਰ ਸਕਦੇ ਹਾਂ। ਅਸੀਂ ਇਹ ਨਹੀਂ ਕਹਿ ਸਕਦੇ ਉਹਨਾਂ ਨੂੰ ਭਈ ਤੁਸੀਂ ਆਹ ਕਰੋ, ਪਰ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਦੇ ਆਈਡੀਆ ਸੁਣ ਕੇ ਅਸੀਂ ਮਾੜੀ ਜਿਹੀ ਸਲਾਹ, ਜਿੱਦਾਂ ਇੱਦਾਂ ਦੇ ਜਿਹੜੇ ਪੜ੍ਹੇ ਲਿਖੇ ਸਿੱਖਿਆ, ਇੱਕ ਗਰੁੱਪ ਬਣਾ ਕੇ ਉਹਨੂੰ ਸਲਾਹ ਦੇ ਸਕਦੇ ਹਾਂ ਭਈ ਜੇ ਤੁਹਾਡਾ ਆਈਡੀਆਜ਼ ਆ ਉਹਦੇ ਵਿੱਚੋਂ ਕਿੱਦਾਂ ਇੰਪਲੀਮੈਂਟ ਕਰਨਾ ਤੇ ਜਿਹੜੀ ਗੌਰਮੈਂਟ ਦੇ ਸਾਹਮਣੇ ਕਿੱਦਾਂ ਪ੍ਰੈਜ਼ੈਂਟ ਕਰਨੀ ਆ, ਉਹਦੀ ਪ੍ਰੈਜ਼ੈਂਟੇਸ਼ਨ ਕਰਨੀ ਆ। ਸੋ ਉਹੀ ਸੀਗਾ ਵੀ ਸਲਾਹ ਇਹ ਨਹੀਂ ਭਈ ਅਸੀਂ ਕੋਈ ਟੇਕ ਓਵਰ ਕਰਨਾ ਜਾਂ ਉਹਨਾਂ ਦੀ ਕੋਈ ਕੁਰਸੀ ਲੈਣੀ ਆ। ਅਸੀਂ ਤਾਂ ਕਹਿੰਦੇ ਭਈ ਉਹ ਚੜ੍ਹਦੀ ਕਲਾ ਕਰ ਰਿਹਾ, ਕਿਉਂਕਿ ਜਿੱਥੇ ਪਹੁੰਚੇ ਆ ਅਸੀਂ ਸੋਚਿਆ ਨਹੀਂ ਸੀਗਾ ਇੰਨੀ ਦੂਰ ਉਹ ਦਿੱਲੀ ਦੇ ਸੈਂਟਰ ਤੋਂ ਲਾਗੇ ਇੰਨੀ ਪੰਜਾਬ ਦੂਰ ਪਹੁੰਚੂਗੇ। ਸੋ ਅਸੀਂ ਆਪਣਾ ਸਪੋਰਟ ਜੋ ਵੀ ਚਾਹੀਦਾ ਸਾਡੇ ਵੱਲੋਂ, ਸੋਸ਼ਲ ਮੀਡੀਆ ਸਪੋਰਟ ਹੋਵੇ, ਕੰਟੈਕਟਸ ਹੋਣ, ਜਿਹੜੇ ਭਈ ਸਿੱਖ ਗੁਰਸਿੱਖ ਜਾਂ ਸਿੱਖ ਜਾਂ ਪੰਜਾਬੀ ਭਰਾ ਭੈਣ ਭਰਾ ਜਿਹੜੇ ਪੜ੍ਹੇ ਲਿਖੇ, ਉਹ ਜਾ ਕੇ ਜਿੱਦਾਂ ਦੁਨੀਆ ਦਾ ਤਜਰਬਾ, ਉਹਨਾਂ ਨੂੰ ਐਕਸਪੀਰੀਅੰਸ ਯੂਜ਼ ਕਰਨਾ ਹੋਵੇ, ਅਸੀਂ ਤਿਆਰ ਕਰ ਸਕਦੇ ਉਹਨਾਂ ਲਈ। ਕਿਉਂਕਿ ਕਈ ਵਾਰੀ ਉਹ ਜਿੰਨੇ ਆਈਡੀਆ ਹੋਣ ਉਨਾ ਹੀ ਘੱਟ ਆ। ਇਸ ਵੇਲੇ ਤਾਂ ਬਹੁਤ ਕਰੂਸ਼ਲ ਆ ਜਿਹੜਾ ਅਗਲਾ ਸਟੈਪ ਹੋਊਗਾ, ਕਿਉਂਕਿ 26 ਜਨਵਰੀ ਆ ਰਿਹਾ ਆ ਤੇ ਉਹਦੇ ਵਿੱਚ ਕੀ ਹੋਣਾ ਕੀ ਨਹੀਂ ਹੋਣਾ, ਕੀ ਸਟੈਪ ਆ ਕਿ ਨਹੀਂ ਸਟੈਪ, ਕਿਉਂਕਿ ਇਸ ਵੇਲੇ ਜਿਹੜਾ ਸ਼ਾਂਤਮਈ ਦਾ ਅੰਦੋਲਨ ਆ ਉਹ ਸਾਰੀ ਦੁਨੀਆ ਸਪੋਰਟ ਕਰ ਰਹੀ ਆ। ਉਹ ਜਿਹੜੀ ਸਰਕਾਰ ਵੀ ਨਹੀਂ ਕੁਛ ਕਰ ਸਕਦੀ, ਕਿਉਂਕਿ ਦੁਨੀਆ ਨੇ ਵੀ ਕਹਿਣਾ ਇਹ ਤਾਂ ਸ਼ਾਂਤਮਈ ਆ, ਤੁਸੀਂ ਉੱਪਰ ਕੀ ਕਰ ਰਹੇ ਆ। ਉਹ ਇਹ ਅਸੀਂ ਐਡਵਾਈਸ ਦੇਣਾ ਚਾਹੁੰਦੇ, ਜੇ ਕਿਸੇ ਨੂੰ ਲੋੜ ਆ ਕਿਸੇ ਚੀਜ਼ ਦੀ, ਅਸੀਂ ਇੱਕ ਟੀਮ ਪੈਦਾ ਕਰ ਸਕਦੇ ਜਿਹਦੇ ਵਿੱਚ ਐਕਸਪੀਰੀਅੰਸ ਹੋਊਗਾ ਵਰਲਡ ਪੋਲਿਟਿਕਸ ਦਾ, ਤੇ ਜੇ ਉਹਦੀ ਸਲਾਹ ਲੈਣੀ ਹੋਵੇ ਉਹਨਾਂ ਕੋਲੋਂ ਸਲਾਹ ਲੈ ਸਕਦੇ। ਪਰ ਅਸੀਂ ਕਿਸੇ ਨੂੰ ਇਹ ਨਹੀਂ ਕਹਿਣਾ ਭਈ ਤੁਸੀਂ ਕੀ ਕਰਨਾ, ਅਗਲਾ ਸਟੈਪ ਤੇ ਨਹੀਂ ਕਰਨਾ, ਉਹ ਉਹਨਾਂ ਦੇ ਵਿੱਚ ਆ ਇਹ। ਅੱਛਾ, ਇੰਡੀਆ ਤੋਂ ਬਾਹਰ ਜਿੱਥੇ ਵੀ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਇਸ ਅੰਦੋਲਨ ਨੂੰ ਸਪੋਰਟ ਕਰਨ ਦੇ ਲਈ ਬਹੁਤ ਸਾਰੇ ਐਫਰਟਸ ਕੀਤੇ ਜਾ ਰਹੇ ਨੇ, ਰੈਲੀਆਂ ਕੱਢੀਆਂ ਜਾ ਰਹੀਆਂ ਨੇ ਜਾਂ ਫਿਰ ਧਰਨੇ ਦਿੱਤੇ ਜਾ ਰਹੇ ਨੇ, ਜਾਂ ਜਿਸ ਤਰੀਕੇ ਨਾਲ ਵੀ ਕੋਈ ਆਪਣਾ ਵਿਰੋਧ ਜਤਾ ਸਕਦਾ ਜਤਾ ਰਿਹਾ। ਕੁਛ ਤੁਸੀਂ ਆਪਣੇ ਵੱਲੋਂ ਕਮੈਂਟ ਕਰਨਾ ਚਾਹੋ? ਨਹੀਂ, ਉਹੀ ਵੀ ਜਿੱਦਾਂ ਹੁਣ ਤੁਸੀਂ ਅੰਦੋਲਨ ਦੀ ਗੱਲ ਕਰਦੇ ਭਈ, ਮੇਰਾ ਤਾਂ ਖਿਆਲ ਜਿੱਦਾਂ ਹੁਣ ਕਈ ਵਾਰੀ ਅਸੀਂ ਸੋਚਦੇ ਬਾਹਰੋਂ ਅਸੀਂ ਆਹ ਕਰੀਏ ਜਾਂ ਉਹ ਕਰੀਏ ਜਾਂ ਇਹ ਪਲਾਨ ਕਰੀਏ ਉਹ ਪਲਾਨ ਕਰੀਏ, ਪਰ ਅਸੀਂ ਤਾਂ ਸੌਖੇ, ਤੁਸੀਂ ਸਟੂਡੀਓ 'ਚ ਬੈਠੇ, ਅਸੀਂ ਆਪਣੇ ਘਰ ਬੈਠੇ, ਇੱਥੇ ਨਿੱਘ ਆ, ਇੱਥੇ ਖਾਣਾ ਪੀਣਾ ਫਰਿੱਜ ਭਰੀ ਪਈ ਆ। ਜਿਹੜੇ ਉੱਥੇ ਬਾਹਰ ਬੈਠੇ ਆ ਰਜਾਈਆਂ 'ਚ ਬੈਠੇ ਠੰਡ ਦੇ ਵਿੱਚ, ਉਹ ਜਿਹੜੇ ਭਈ ਦਿਨ ਦਿਹਾੜੀ ਮਿਹਨਤ ਕੀਤੀ ਆ, ਅਲਟੀਮੇਟਲੀ ਡਿਸੀਜਨ ਉਹਨਾਂ ਦੀ ਹੋਣੀ ਆ। ਅਲਟੀਮੇਟਲੀ ਜਿਹੜੀ ਫਾਈਨਲ ਡਿਸੀਜਨ ਤਾਂ ਕਿਸਾਨ ਲੀਡਰਸ਼ਿਪ ਦੀ ਜਾਂ ਯੂਥ ਲੀਡਰਸ਼ਿਪ, ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਇੱਕ ਪਾਸੇ ਦੀਪ ਸਿੱਧੂ ਆ ਤੇ ਲੱਖਾ ਸਿਧਾਣਾ, ਦੂਜੇ ਪਾਸੇ ਵੀ ਸਿਆਣੇ ਕਿਸਾਨ ਲੀਡਰ ਇਹ ਸਾਰੇ, ਇਹਨਾਂ ਦਾ ਇੱਕ ਮਕਸਦ ਹੀ ਆ ਵੀ ਕਿਸਾਨਾਂ ਦੀ ਕਿਸਾਨ ਦੀ ਮਦਦ ਕਿੱਦਾਂ ਕਰਨੀ। ਇਹਨਾਂ ਨੂੰ ਬਸ ਯੂਨਾਈਟਡ ਰਹਿਣਾ ਪੈਣਾ, ਇਕਮੁੱਠ ਹੋਣਾ ਪੈਣਾ। ਜਿੱਦਾਂ ਗੋਰੇ ਕਹਿੰਦੇ ਯੂਨਿਟੀ ਸਟਰੈਂਥਸ, ਇਹਨਾਂ ਨੂੰ ਆਪਣੀ ਜਿਹੜੀ ਤੁਹਾਡੀ ਕਹਿੰਦਾ ਭਈ ਇਕੱਠ ਹੋਊਗੀ, ਇੱਕ ਤਾਕਤ ਹੋਊਗੀ। ਪਰ ਜੇ ਬਈ ਇਕੱਠ ਦੇ ਵਿੱਚ
ਚਲੋ ਫੁੱਟ ਪੈਣ ਲੱਗ ਪਈ, ਜਿਹੜੀ ਸਾਡੀ ਪੰਜਾਬੀ ਟ੍ਰੈਡੀਸ਼ਨ ਹੋਣ ਲੱਗ ਪੈਂਦੀ ਆ। ਹਾਂਜੀ, ਇਹਦੇ ਵਿੱਚ ਖਤਰਾ ਪਈ ਅੰਦੋਲਨ ਦੇ ਵਿੱਚ ਥੋੜਾ ਜਿਹਾ ਫਰਕ ਪੈਣ ਲੱਗ ਪਊਗਾ। ਭਾਈ ਸਾਹਿਬ ਜੀ ਸੌਰੀ, ਮੈਨੂੰ ਨਾ ਜੀ ਤੁਸੀਂ ਦੋ ਬੰਦਿਆਂ ਦੇ ਨਾਮ ਲਏ, ਦੀਪ ਸਿੱਧੂ ਦਾ ਤੇ ਲੱਖੇ ਸਿਧਾਣੇ ਦਾ। ਜਦੋਂ ਰਵੀ ਸਿੰਘ ਹੋਰੀ ਕਿਸੇ ਪਰਸਨੈਲਿਟੀ ਦਾ, ਕਿਸੇ ਇੱਕ ਸ਼ਖਸ ਦਾ ਜਾਂ ਦੋ ਸ਼ਖਸ ਇਸ ਤਰ੍ਹਾਂ ਦੋਨਾਂ ਜਣਿਆਂ ਦਾ ਨਾਮ ਲੈਂਦੇ ਤੇ ਲੋਕ ਉਹਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਦੇਖਦੇ ਆ, ਪਰ ਨਾਲ ਹੀ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਮਨ ਦੇ ਵਿੱਚ ਇਹਨਾਂ ਦੋਨੋਂ ਬੰਦਿਆਂ ਦੇ ਪ੍ਰਤੀ ਅਜੇ ਉਹਨਾਂ ਕੌਨਫੀਡੈਂਸ ਨਹੀਂ ਬਿਲਡ ਕਰ ਸਕੇ। ਕਿਵੇਂ ਦੇਖਦੇ ਹੋ ਫਿਰ ਇਸ ਗੱਲ ਨੂੰ? ਨਹੀਂ, ਦੇਖੋ ਤੁਸੀਂ ਕਈ ਵਾਰੀ ਹੁੰਦਾ ਭਈ, ਉਹ ਮੈਂ ਕਿਹਾ ਜਿਹੜੇ ਭਈ ਕਿਸਾਨ ਲੀਡਰ ਆ ਉਹ ਕਾਫੀ ਸਿਆਣੇ, ਉਹਦਾ ਤਜਰਬਾ ਬਹੁਤ ਲੰਮਾ ਆ, 30 40 50 ਸਾਲ ਦਾ ਤਜਰਬਾ ਉਹਨਾਂ ਦਾ ਹੈਗਾ ਆ ਕੱਲੇ ਕੱਲਿਆਂ ਦਾ ਇਹਨਾਂ ਮੂਵਮੈਂਟ। ਜਿਹੜੇ ਨੌਜਵਾਨ ਆ, ਲੱਖਾ ਕਹਿ ਲਓ ਜਾਂ ਦੀਪ ਕਹਿ ਲਓ, ਉਹਦੇ ਆਪਣੇ ਪੋਲੀਟਿਕਸ ਹੈਗੇ ਹੋਊਗੇ, ਦੀਪ ਦੇ ਆਪਣੇ ਪੋਲੀਟਿਕਸ ਹੋਊਗੇ, ਸਾਰਿਆਂ ਦੇ ਆਪਣੇ ਖਿਆਲ ਹੈਗੇ। ਪਰ ਇਸ ਵੇਲੇ ਉਹ ਜਿਹੜੇ ਯੂਥ ਨਾਲ ਜੁੜੇ ਹੋ ਆ, ਉਹ ਯੂਥ ਨੇ ਆਪਣੀ ਹੋਸ਼ ਯੂਜ਼ ਕੀਤੀ ਆ, ਉਹਨੇ ਕੋਈ ਟਰਬਲ ਨਹੀਂ ਕੀਤੀ ਉੱਥੇ ਦਿੱਲੀ ਆ ਕੇ, ਉਹਨੂੰ ਕੋਸ਼ਿਸ਼ ਕੀਤੀ ਭੜਕਾਉਣ ਦੀ। ਇਹਨਾਂ ਸਾਰਿਆਂ ਨੇ ਉਹ ਕੰਟਰੋਲ ਕੀਤਾ ਆ। ਇਹ ਯੂਥ ਇਹਨਾਂ ਦੇ ਨਾਲ ਜੁੜਿਆ ਆ। ਤਾਂ ਇਹ ਜਿਹੜੇ ਫਾਰਮ ਕਿਸਾਨ ਯੂਨੀਅਨ ਆ, ਕਈ ਵਾਰੀ ਸਾਡੇ ਪੋਲੀਟਿਕਸ ਡਿਫਰੈਂਸ ਹੋਊਗੇ, ਪਰ ਜੇ ਤੁਸੀਂ ਕਹਿਣਾ ਭਈ ਅਸੀਂ ਹੁਣ ਕਿਸਾਨਾਂ ਲਈ ਆਏ ਹਾਂ, ਇਹ ਜਿਹੜੀ ਯੂਥ ਲੀਡਰਸ਼ਿਪ ਆ, ਇਹਨਾਂ ਇੰਗੇਜਮੈਂਟ ਕਮਿਊਨੀਕੇਸ਼ਨ ਕਿਸਾਨ ਲੀਡਰਸ਼ਿਪ ਦੀ ਬਹੁਤ ਜ਼ਰੂਰੀ ਆ। ਕਿਉਂਕਿ 3-4 ਮਹੀਨੇ ਇਹਨਾਂ ਨੇ ਪਹਿਲਾਂ ਧਰਨੇ ਲਾਏ ਸੀਗੇ, 3-4 ਮਹੀਨੇ ਬਾਅਦ ਇਹ ਇੱਥੇ ਪਹੁੰਚੇ ਆ। ਇਹਨਾਂ ਦੀ ਵੀ ਮਿਹਨਤ ਬਹੁਤ ਆ, ਇਹਨਾਂ ਦੀ ਮਿਹਨਤ ਵੀ ਰੈਕਗਨਾਈਜ਼ ਕਰਨੀ ਪੈਣੀ ਆ। ਜਿੰਨੇ ਮਰਜ਼ੀ ਉਹੀ ਮੈਂ ਕਹਿੰਦਾ ਪੋਲੀਟੀਕਲ ਡਿਫਰੈਂਸ ਆ ਸਾਡੇ ਸਦਾ ਹੀ ਰਹਿਣੇ ਆ, ਪਰ ਤੁਸੀਂ ਇੱਕ ਦੂਜੇ ਨੂੰ ਸਾਈਡ ਤੇ ਨਾ ਕਰੋ, ਇੱਕ ਦੂਜੇ ਨੂੰ ਤੁਸੀਂ ਜੋੜੋ ਇੱਕ ਦੂਜੇ ਨਾਲ। ਰਾਈਟ ਸਰ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ ਖਾਲਸਾ ਜੀ, ਤੁਸੀਂ ਸਮਾਂ ਕੱਢਿਆ, ਕਾਫੀ ਲੰਬੀ ਗੱਲਬਾਤ ਕਰਨ ਦਾ ਮੌਕਾ ਦਿੱਤਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਅਖੀਰ 'ਚ ਕੁਛ ਹੋਰ ਕਹਿਣਾ ਚਾਹੋ? ਨਹੀਂ, ਬਸ ਇਹੀ ਆ, ਸਪੋਰਟ ਕਰੀ ਜਾਓ ਤੇ ਸੋਸ਼ਲ ਮੀਡੀਆ ਤੇ ਰੇਜ਼ ਕਰੀ ਜਾਓ। ਜਿਹੜੇ ਹੈਸ਼ਟੈਗ ਆ, ਹੈਸ਼ਟੈਗ ਸਪੋਰਟਿੰਗ ਫਾਰਮਰਸ ਜਾਂ ਪ੍ਰੋਟੈਸਟ, ਫਾਰਮਰ ਪ੍ਰੋਟੈਸਟ, ਇਹ ਬਹੁਤ ਜ਼ਰੂਰੀ ਆ। ਤੁਸੀਂ ਆਪਣੇ ਫੇਸਬੁੱਕ ਤੇ, ਟਵਿੱਟਰ ਤੇ, ਇੰਸਟਾਗ੍ਰਾਮ ਪੋਸਟ ਇੱਕ ਪੋਸਟ ਪਾ ਲਓ ਦਿਨ ਦਾ, ਕਈ ਵਾਰੀ ਨਾ ਕੰਮ ਢਿੱਲਾ ਹੋਣ ਲੱਗ ਪੈਂਦਾ, ਉਹ ਫਿਰ ਨਿਊਜ਼ ਤੋਂ ਨਿਕਲਣ ਲੱਗ ਪੈਂਦਾ। ਤੁਸੀਂ ਜ਼ਰੂਰ ਪੋਸਟ ਪਾਈ ਜਾਓ ਸੋਸ਼ਲ ਮੀਡੀਆ ਤੇ, ਆਪਣੀ ਆਵਾਜ਼ ਉਠਾਈ ਜਾਓ। ਸ਼ੁਕਰੀਆ ਸਰ ਜੀ, ਬਹੁਤ ਮਿਹਰਬਾਨੀ, ਤੁਹਾਡਾ ਧੰਨਵਾਦ। ਤੇ ਉਮੀਦ ਕਰਦੇ ਹਾਂ ਕਿ ਜਿਹੜਾ ਇੱਕ ਮਿਸ਼ਨ ਲੈ ਕੇ ਖਾਲਸਾ ਏਡ ਤੇ ਤੁਹਾਡੀ ਪੂਰੀ ਟੀਮ ਚੱਲ ਰਹੀ ਹੈ ਔਰ ਪੂਰੀ ਕਮਿਊਨਿਟੀ ਤੁਹਾਨੂੰ ਜਿਸ ਤਰੀਕੇ ਦੇ ਨਾਲ ਸਪੋਰਟ ਕਰ ਰਹੀ ਹੈ, ਇਹ ਸਪੋਰਟ, ਇਹ ਸਹਿਯੋਗ ਇਸੇ ਤਰ੍ਹਾਂ ਬਰਕਰਾਰ ਰਹੇ, ਇਸ ਤੋਂ ਵੀ ਵੱਧ ਮਿਲੇ ਤੇ ਦੁਨੀਆ ਦੇ ਵਿੱਚ ਜਿਹੜੀ ਇਨਸਾਨੀਅਤ ਦਾ ਸੰਦੇਸ਼ ਦੇਣ ਦਾ ਸਾਡੇ ਬਾਬੇ ਨਾਨਕ ਤੋਂ ਸ਼ੁਰੂਆਤ ਹੋ ਕੇ ਹੁਣ ਤੱਕ ਦਾ ਜੋ ਸਫ਼ਰ ਚੱਲ ਰਿਹਾ, ਉਹਨੂੰ ਅਸੀਂ ਹੋਰ ਵੱਡੇ ਪੱਧਰ ਦੇ ਉੱਪਰ ਭਾਈਚਾਰਕ ਜਿਹੜੀ ਆਪਣੀ ਇੱਕ ਚੜ੍ਹਤ ਬਣਾਉਣ ਦੇ ਲਈ, ਚੜ੍ਹਦੀ ਕਲਾ ਦੇ ਵਸਾਉਣ ਦੇ ਲਈ ਅੱਗੇ ਤੁਰਦੇ ਰਹੀਏ। ਬਹੁਤ ਸ਼ੁਕਰੀਆ ਸਰ, ਬਹੁਤ ਮਿਹਰਬਾਨੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਹ ਸਨ ਖਾਲਸਾ ਏਡ ਤੋਂ ਭਾਈ ਰਵੀ ਸਿੰਘ ਜੀ ਹੋਰੀ, ਸਾਡੀ ਅੱਜ ਦੀ ਇੱਕ ਖਾਸ ਗੱਲਬਾਤ। ਉਮੀਦ ਕਰਦੇ ਹਾਂ ਕਿ ਸਾਡੀ ਗੱਲਬਾਤ ਚੰਗੀ ਲੱਗੀ ਹੋਣੀ ਹੈ। ਇੱਕ ਬ੍ਰੇਕ ਤੋਂ ਬਾਅਦ ਦੁਬਾਰਾ ਵਾਪਸ ਜੁੜਦੇ ਹਾਂ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋ। You are listening to the Harjinder Gill Show, Rams Punjabi. For all our latest updates, please subscribe G Media Group YouTube channel and press the bell icon.